ਕਿੱਥੇ ਸਟੈਂਡ ਕਰਦਾ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਯੋਗਰਾਜ ਸਿੰਘ ਜੀ ਦੇਖ ਰਹੇ ਨੇ? ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ ਅੰਗਰੇਜ਼ਾਂ ਦੇ ਖਿਲਾਫ, ਇਹੀ ਬਿੱਲ ਸੀ। ਪਰ ਇਸ ਤੋਂ ਵੀ ਇੱਕ ਭੈੜਾ ਹੋਰ ਬਿੱਲ ਸੀ ਕਿ ਉਹਨਾਂ ਨੇ ਫਸਲਾਂ ਤੇ ਟੈਕਸ ਲਾਤਾ ਸੀ। 9 ਮਹੀਨੇ ਬਾਅਦ ਜਦ ਗੱਲ ਨਾ ਬਣੀ, ਬੜਾ ਸ਼ਾਂਤੀ ਸੰਪੂਰਨ ਅੰਦੋਲਨ ਸੀ ਜਿਸ ਤਰ੍ਹਾਂ ਹੁਣ ਆਪਾਂ ਕਰ ਰਹੇ ਹਾਂ, ਤੇ ਅੰਗਰੇਜ਼ਾਂ ਨੂੰ ਬਿੱਲ ਵਾਪਸ ਲੈਣੇ ਪਏ ਕਿਉਂਕਿ ਸਾਰੀ ਦੁਨੀਆ ਜਿਹੜੀ ਸੀ ਉਹਨਾਂ ਦੇ ਖਿਲਾਫ ਹੋ ਚੁੱਕੀ ਸੀ। ਮੈਂ ਇੱਕ ਗੱਲ ਹੋਰ ਫੜ ਲਈ ਵੀ ਹੁਣ ਇਮਤਿਹਾਨ ਦਾ ਟਾਈਮ ਆ ਗਿਆ। ਦੇਖਿਓ ਹੁਣ ਭੱਜਿਓ ਨਾ ਨੌਜਵਾਨੋ, ਕਿਉਂਕਿ ਤੁਹਾਡੇ ਪਿਓ ਤੇ ਤੁਹਾਡੇ ਦਾਦੇ ਦੀਆਂ ਪੱਗਾਂ ਤੁਹਾਡੇ ਸਿਰ ਤੇ ਨੇ। ਉਹ ਪੁੱਛਣਗੇ, ਪਰਖ ਦੀ ਘੜੀ ਆ ਗਈ ਨੌਜਵਾਨ। ਉਹਨਾਂ ਨੇ ਪੁੱਛਣਾ ਗੁਰੂਆਂ ਪੀਰਾਂ ਨੇ ਕਿ ਭਾਈ ਤੁਸੀਂ ਕਿੱਥੇ ਸੀ। 26 ਤਰੀਕ ਨੂੰ 27 ਤਰੀਕ ਨੂੰ ਜੋ ਮੈਂ ਦੇਖਿਆ ਤਾਂ ਮੈਨੂੰ ਆਪਣੀ ਯਕੀਨ ਨਹੀਂ ਆਇਆ। ਔਰ ਜਿਸ ਤਰ੍ਹਾਂ ਮੁੰਡਿਆਂ ਨੇ ਜਵਾਨੀ ਨੇ ਮਾਰ ਤਾਂ ਚੱਕ ਤੇ ਸਾਰੀ ਵਿੱਚੇ ਪੁਲਿਸ ਵਿੱਚੇ ਐਡਮਿਨਿਸਟ੍ਰੇਸ਼ਨ ਵਿੱਚੇ ਚੱਲਣ ਦੇ ਹਰਿਆਣੇ ਵਾਲੇ ਲੋਕ ਨਾਲ ਮਿਲ ਗਏ। ਮੈਂ ਉੱਥੇ ਜਾ ਕੇ ਕਿਹਾ, ਮੈਂ ਕਿਹਾ ਇਹ ਨਾ ਸਮਝੋ ਕਿ ਜੱਟ ਡਰ ਗਿਆ, ਮੈਂ ਬਿਮਾਰ ਹੋ ਗਿਆ ਸੀ, ਪਰ ਤੁਹਾਡੀ ਇੱਕ ਗੱਲ ਦਾ ਜਵਾਬ ਦੇਵਾਂਗਾ ਜ਼ਰੂਰ, ਉਹ ਤੁਹਾਨੂੰ ਪੁੱਛੂੰਗਾ। ਔਰ ਮੈਂ ਜਥੇਬੰਦੀਆਂ ਨੇ ਗੱਲ ਠੋਕ ਕੇ ਕਹੀ। ਔਰ ਦੁਬਾਰਾ ਕਹਿਣਾ ਚਾਹੁੰਦਾ, ਆਪਣੇ ਗਲਤਫਹਿਮੀ ਮਤ ਰੱਖਿਓ ਕਿ ਤੁਹਾਡੇ ਕਰਕੇ ਲੋਕ ਉੱਥੇ ਬੈਠੇ ਆ। ਪੰਜਾਬ ਸਰਕਾਰ ਦਾ ਵੀ ਰੋਲ ਉਨਾ ਹੀ ਦੋਸ਼ੀਆਂ ਵਾਲਾ, ਜਾਂ ਪੰਜਾਬ ਸਰਕਾਰ ਇਸ ਵਰਤਾਰੇ ਤੋਂ ਸਾਰੇ ਤੋਂ ਬਾਹਰ? ਜਿਹੜੇ ਅੱਜ ਤੋਂ 100 ਸਾਲ ਪਹਿਲਾਂ ਵੀ ਗੱਦਾਰ ਸੀ, ਕੱਲ ਵੀ ਗੱਦਾਰ ਸੀ, ਅੱਜ ਵੀ ਗੱਦਾਰ ਹੈ ਤੇ ਗੱਦਾਰ ਰਹਿਣਗੇ। ਸਿਰਫ ਇੱਕ ਪ੍ਰਤਾਪ ਸਿੰਘ ਕੈਰੋਂ ਸੀ ਜਿਹਦਾ ਨਾਂ ਅੱਜ ਵੀ ਵੱਜਦਾ ਹੈ, ਜਿਹੜਾ ਕਹਿੰਦਾ ਸੀ ਠਹਿਰੋ ਮੈਂ ਦਿੱਲੀ ਪੰਜਾਬ ਨਾਲ ਘੇਰ ਦਿਉਂ। ਜਿਹੜਾ ਕਹਿੰਦਾ ਸੀ ਠਹਿਰੋ ਮੈਂ ਦਿੱਲੀ ਪੰਜਾਬ ਨਾਲ ਘੇਰ ਦਿਉਂ। ਜਿਸ ਦੇਸ਼ ਦੇ ਮੀਡੀਆ ਨੂੰ ਇਹ ਡਰ ਹੋਵੇ ਕਿ ਮੇਰੀ ਰੋਜ਼ੀ ਰੋਟੀ ਨਾ ਕੋਈ ਖੋਹ ਲੇ, ਉਹ ਮੀਡੀਆ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੇ ਆਪਣੀ ਜ਼ਮੀਰ ਨੂੰ ਪੁੱਛਿਆ ਕਿ ਤੁਸੀਂ ਮਰਨਾ ਵੀ ਹੈ, ਰੱਬ ਦੇ ਸਾਹਮਣੇ ਜਾ ਕੇ ਖੜੇ ਵੀ ਹੋਣਾ। ਲੇਕਿਨ ਸਾਰੇ ਮੀਡੀਆ ਤੇ ਇਲਜ਼ਾਮ ਲਗਾ ਰਹੇ। ਮੈਂ ਬੜੀ ਵਾਰੀ ਤੁਹਾਨੂੰ ਪਹਿਲਾਂ ਵੀ ਕਿਹਾ, ਜੇ ਆਪਾਂ ਇਹ ਕੰਮ ਨਾ ਕੀਤਾ ਹੁੰਦਾ, ਅੱਜ ਇਹ ਮਸਲੇ ਚੀਨ ਵਰਗੇ ਵੀ ਆਪਾਂ ਨੂੰ ਮੱਥੇ ਟੇਕਦੇ, ਅਮਰੀਕਾ ਵੀ ਮੱਥੇ ਚੀਨ ਵਰਗੇ ਵੀ ਆਪਾਂ ਨੂੰ ਮੱਥੇ ਟੇਕਦੇ, ਅਮਰੀਕਾ ਵੀ ਨਹੀਂ। ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਮੈਂ ਸੰਸਾਰਦੀਪ ਸਿੰਘ। ਇਸ ਟਾਈਮ ਮੌਜੂਦ ਹਾਂ ਜੀ ਅਸੀਂ ਯੋਗਰਾਜ ਸਿੰਘ ਕ੍ਰਿਕਟ ਅਕੈਡਮੀ ਸੈਕਟਰ 10 DAV ਕਾਲਜ ਚੰਡੀਗੜ੍ਹ ਦੇ ਗਰਾਊਂਡ ਦੇ ਵਿੱਚ। ਸਾਡੇ ਨਾਲ ਆਪਣੇ ਕਰੋੜਾਂ ਪੰਜਾਬੀਆਂ ਦੇ ਦਿਲਾਂ ਦੇ ਉੱਪਰ ਆਪਣੀ ਅਦਾਕਾਰੀ ਦੇ ਨਾਲ ਰਾਜ ਕਰਨ ਵਾਲੇ, ਆਪਣੇ ਬੇਬਾਕ ਅੰਦਾਜ਼ ਦੇ ਨਾਲ ਰਾਜ ਕਰਨ ਵਾਲੇ ਬਾਈ ਯੋਗਰਾਜ ਸਿੰਘ ਜੀ ਹੋਣੀ ਮੌਜੂਦ ਨੇ। ਇਹਨਾਂ ਦੇ ਨਾਲ ਆਪਾਂ ਪੰਜਾਬ ਦੇ ਮੌਜੂਦਾ ਚੱਲ ਰਹੇ ਹਾਲਾਤਾਂ ਬਾਰੇ, ਦੇਸ਼ ਦੇ ਮੌਜੂਦਾ ਚੱਲ ਰਹੇ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ। ਆਓ ਪਹਿਲਾਂ ਯੋਗਰਾਜ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਪ੍ਰਾਈਡ ਪੰਜਾਬ ਟੀਵੀ ਤੇ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ। ਸਰ ਕਿਸਾਨੀ ਸੰਘਰਸ਼ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ, 100 ਦਿਨ ਹੋ ਚੁੱਕੇ ਨੇ। ਕਿੱਥੇ ਸਟੈਂਡ ਕਰਦਾ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਯੋਗਰਾਜ ਸਿੰਘ ਜੀ ਦੇਖ ਰਹੇ ਨੇ? ਨਹੀਂ 100 ਦਿਨ ਨਹੀਂ ਹੋ ਚੁੱਕੇ, ਹਾਂਜੀ, ਇਹਨੂੰ 8 ਮਹੀਨੇ ਹੋ ਚੁੱਕੇ ਜੀ। 3 ਮਹੀਨੇ ਤੋਂ ਜ਼ਿਆਦਾ ਦਿੱਲੀ ਹੋ ਗਏ ਜੀ, 4-4.5 ਮਹੀਨੇ ਤੋਂ ਜ਼ਿਆਦਾ ਪੰਜਾਬ 'ਚ ਹੋ ਗਏ। ਸਭ ਤੋਂ ਪਹਿਲੀ ਰੈਲੀ ਮੋਗੇ 'ਚ ਮੈਂ ਕੀਤੀ ਸੀ ਜਦੋਂ ਰਾਹੁਲ ਗਾਂਧੀ ਆਇਆ ਸੀਗਾ ਜੀ ਸਰ। ਔਰ ਉਦੋਂ ਜਦ ਮੈਂ ਪੰਡਾਲ 'ਚ ਬੈਠੇ ਲੋਕਾਂ ਨੂੰ ਦੇਖਿਆ, ਹਾਂਜੀ, ਤਾਂ ਉੱਥੇ ਜਵਾਨ ਮੁੰਡਾ ਕੋਈ ਨਹੀਂ ਸੀ, 10-12 ਸੀਗੇ, ਮੋਬਾਈਲ ਫੜੇ ਸੀ। ਅੱਛਾ ਜੀ। ਬਜ਼ੁਰਗ ਬੈਠੇ ਸੀ ਤੇ ਮੇਰੇ ਵੱਲ ਤਾਂਗ ਲਾ ਕੇ ਦੇਖ ਰਹੇ ਸੀ। ਮੇਰੇ ਤੋਂ ਜੋ ਕਿਹਾ, ਜੋ ਹੁਕਮ ਹੋਇਆ ਗੁਰੂ ਘਰ ਤੋਂ, ਬਾਬਾ ਦੀਪ ਸਿੰਘ ਜੀ ਮਹਾਰਾਜ ਟਾਹਲਾ ਸਾਹਿਬ ਉਹਨਾਂ ਦਾ ਸਥਾਨ ਹੈ, ਉੱਥੋਂ ਮੈਨੂੰ ਹੁਕਮ ਹੋਇਆ ਬਾਬਾ ਦਰਸ਼ਨ ਸਿੰਘ ਜੀ ਦਾ ਵੀ ਗੁਰੂ ਘਰ ਨੇ ਜੇ ਬਹੁਤ ਸੇਵਾਵਾਂ ਲੈਣੀ ਹੈ ਔਰ ਕਿਸਾਨਾਂ ਨਾਲ ਮੋਢਾ ਲਾ ਕੇ ਚੱਲਣਾ, ਤੇ ਪੰਜਾਬ ਦੀ ਧਰਤੀ ਦਾ ਬੋਝ ਜਿਹੜਾ ਹੈ ਉਹ ਵੀ ਆਪਣੇ ਮੋਢਿਆਂ 'ਤੇ ਚੁੱਕਣਾ। ਸੋ ਮੈਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਰੈਲੀ ਤੇ ਰੈਲੀ ਕੀਤੀ। ਲੇਕਿਨ ਮੈਨੂੰ ਇਹ ਲੱਗ ਰਿਹਾ ਸੀ ਕਿ ਨੌਜਵਾਨ ਬੰਦੇ ਜਿਹੜੇ ਹੈਗੇ ਸਾਡੇ ਦੇਸ਼ ਦੇ, ਉਹ ਜ਼ਿਆਦਾ ਇੰਟਰਸਟਿਡ ਨਹੀਂ ਹੈ ਜੀ, ਔਰ ਨਾ ਹੀ ਉਹਨਾਂ ਨੂੰ ਕੋਈ ਇੰਨਾ ਇਸ ਗੱਲ ਦਾ ਅਹਿਸਾਸ ਹੈ ਕਿ ਪੰਜਾਬ 'ਚ ਕੀ ਹੋ ਰਿਹਾ। ਔਰ ਉਹ ਬਿੱਲ ਤੁਸੀਂ ਵੀ ਪੜ੍ਹੇ, ਸਾਰਿਆਂ ਨੇ ਪੜ੍ਹਿਆ। ਇਹੋ ਜਿਹਾ ਹੀ ਇੱਕ ਅੰਦੋਲਨ 1907 'ਚ ਹੋਇਆ ਸੀ। ਜੀ ਜੀ ਬਿਲਕੁਲ। ਜਦ ਭਗਤ ਸਿੰਘ ਜੀ ਜੇ ਪੈਦਾ ਨਹੀਂ ਸੀ ਹੋਏ, ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਤੇ ਉਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ, ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ ਅੰਗਰੇਜ਼ਾਂ ਦੇ ਖਿਲਾਫ। ਇਹੀ ਬਿੱਲ ਸੀ
ਪਰ ਇਸ ਤੋਂ ਵੀ ਇੱਕ ਭੈੜਾ ਹੋਰ ਬਿੱਲ ਸੀ ਕਿ ਉਹਨਾਂ ਨੇ ਫਸਲਾਂ ਤੇ ਟੈਕਸ ਲਾਤਾ ਸੀ। ਔਰ ਉਦੋਂ ਬਹੁਤ ਸਾਰੇ ਲੋਕ ਪੰਜਾਬ ਦੇ ਰੇਲਵੇ ਲਾਈਨ ਦੇ ਪਟੜੀਆਂ ਤੇ ਬੈਠ ਗਏ ਸੀ, ਪੈ ਗਏ ਸੀ, ਜੋ ਕਿ ਸ਼ੰਭੂ ਬਾਰਡਰ ਵੀ ਹੋਇਆ। ਅੰਗਰੇਜ਼ਾਂ ਨੇ ਕੀ ਕੀਤਾ, ਕਹਿੰਦੇ ਵੀ ਟ੍ਰੇਨਾਂ ਚਲਾ ਦਿਓ, ਮਾਰ ਦਿਓ ਸਾਰਿਆਂ ਨੂੰ। ਉਹਨਾਂ ਟ੍ਰੇਨਾਂ ਚਲਾਤੀਆਂ, ਬਹੁਤ ਸਾਰੇ ਲੋਕ ਵੱਢੇ ਗਏ, 40-45 ਹਜ਼ਾਰ ਸ਼ਹੀਦ ਹੋਇਆ ਸਾਡਾ ਪੰਜਾਬ ਦੇ ਲੋਕ। ਔਰ ਉਹ ਕਰਦੇ ਕਰਦੇ 9 ਮਹੀਨੇ ਅੰਦੋਲਨ ਚੱਲਿਆ। 9 ਮਹੀਨੇ ਬਾਅਦ ਜਦ ਗੱਲ ਨਾ ਬਣੀ, ਬੜਾ ਸ਼ਾਂਤੀ ਸੰਪੂਰਨ ਅੰਦੋਲਨ ਸੀ ਜਿਸ ਤਰ੍ਹਾਂ ਹੁਣ ਆਪਾਂ ਕਰ ਰਹੇ ਹਾਂ, ਤੇ ਅੰਗਰੇਜ਼ਾਂ ਨੂੰ ਬਿੱਲ ਵਾਪਸ ਲੈਣੇ ਪਏ ਕਿਉਂਕਿ ਸਾਰੀ ਦੁਨੀਆ ਜਿਹੜੀ ਸੀ ਉਹਨਾਂ ਦੇ ਖਿਲਾਫ ਹੋ ਚੁੱਕੀ ਸੀ। ਇਸੇ ਤਰ੍ਹਾਂ ਇਹ ਬਿੱਲ ਆਏ। ਇਹ ਬਿੱਲਾਂ ਨੂੰ ਲੈ ਕੇ ਪੰਜਾਬ ਦੀ ਧਰਤੀ 'ਤੇ ਜਿੰਨਾ ਕਿ ਯੋਗਦਾਨ ਮੇਰਾ ਰਿਹਾ, ਬਹੁਤ ਸਾਰੇ ਕਲਾਕਾਰਾਂ ਨੇ, ਬਹੁਤ ਸਾਰੇ ਸਿੰਗਰਾਂ ਨੇ, ਬਹੁਤ ਸਾਰੇ ਲੋਕਾਂ ਨੇ ਯੋਗਦਾਨ ਦਿੱਤਾ। ਹਿਸਟੋਰੀਅਨਸ ਜਿਹੜੇ ਹਿਸਟਰੀ ਵਾਲੇ ਪੰਜਾਬ ਦੇ, ਦੂਕੋ ਸਾਹਿਬ ਵਰਗੇ ਬੰਦੇ, ਉਹਨਾਂ ਨੇ ਬਹੁਤ ਬਹੁਤ ਸਾਥ ਦਿੱਤਾ ਔਰ ਉਹਨਾਂ ਕਰਕੇ ਹੀ ਅੰਦੋਲਨ ਚੱਲਿਆ। ਐਡਾ ਵੱਡਾ ਮਹਾਨ ਅੰਦੋਲਨ ਦੁਨੀਆ ਵਿੱਚ ਬਣਿਆ। ਜਥੇਬੰਦੀਆਂ ਨੂੰ ਸ਼ਾਇਦ ਇਹ ਗਲਤਫਹਿਮੀ ਹੈ ਕਿ ਜੀ ਉਹਨਾਂ ਕਰਕੇ ਅੰਦੋਲਨ ਚੱਲਿਆ, ਕਿਉਂਕਿ ਜੇ ਉਹਨਾਂ ਕਰਕੇ ਅੰਦੋਲਨ ਚੱਲਦਾ ਤਾਂ ਜਦ ਜੱਟ ਦੀ ਜ਼ਮੀਨ 'ਤੇ 18 ਕਿੱਲੇ ਦੀ ਸੀਲਿੰਗ ਲੱਗੀ ਸੀ, ਉਦੋਂ ਉਹਨਾਂ ਨੂੰ ਕੁਛ ਕਰਨਾ ਚਾਹੀਦਾ ਸੀ। ਲੇਕਿਨ ਉਦੋਂ ਪੰਜਾਬ ਦੀ ਨੌਜਵਾਨੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਕਿਉਂਕਿ ਸਾਰੇ ਬਾਹਰ ਚਲੇ ਗਏ ਸੀ ਔਰ ਸਾਰੇ ਬਾਹਰ ਹੀ ਜਾਣਾ ਚਾਹੁੰਦੇ ਸੀ। ਪੰਜਾਬ ਨੂੰ ਥੋੜ੍ਹਾ ਛੋਟਾ ਆਪਾਂ ਕੀਤਾ। ਕਿਉਂ ਕੀਤਾ? ਇਹ ਆਪਾਂ ਹੀ ਕੀਤਾ, ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਸੀ। ਤਿੱਬਤ ਤੋਂ ਲੈ ਕੇ, ਕੰਧਾਰ ਤੋਂ ਲੈ ਕੇ, ਸ਼੍ਰੀਨਗਰ ਤੋਂ ਲੈ ਕੇ ਦਿੱਲੀ ਤੱਕ ਪ੍ਰਤਾਪ ਸਿੰਘ ਕੈਰੋਂ ਇਸ ਪੰਜਾਬ ਨੂੰ ਪੰਜਾਬ ਬਣਾਉਣਾ ਚਾਹੁੰਦਾ ਸੀ ਔਰ ਮਹਾਂ ਪੰਜਾਬ ਸੀ ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਕਿਉਂ ਛੋਟਾ ਹੋਇਆ? ਇਹ ਸਵਾਲ ਵੀ ਮੈਂ ਤੁਹਾਡੇ ਤੇ ਛੱਡ ਚੱਲਿਆ, ਤੁਸੀਂ ਤਾਂ ਜਵਾਬ ਦਰਸ਼ਕਾਂ ਤੋਂ ਲੈ ਲਿਓ। ਕਿ ਇਸ ਕਰਕੇ ਕਿ ਆਪਾਂ ਆਪਣੀ ਹਿਸਟਰੀ, ਤੁਹਾਨੂੰ ਮੈਨੂੰ ਸੁਣਨਾ ਪੈਣਾ ਤੁਹਾਨੂੰ, ਠੀਕ ਹੈ, ਕਿਉਂਕਿ ਆਪਾਂ ਆਪਣੀ ਹਿਸਟਰੀ ਤੋਂ ਵਾਕਿਫ ਨਹੀਂ। ਜਿਸ ਪਰਿਵਾਰ ਨੂੰ, ਜਿਸ ਖੇਤਰ ਨੂੰ, ਜਿਸ ਦੇਸ਼ ਨੂੰ ਆਪਣੀ ਹਿਸਟਰੀ ਦਾ ਨਹੀਂ ਪਤਾ ਕਿ ਸਾਡੇ ਵੱਡ ਵਡੇਰਿਆਂ ਨੇ ਕੀ ਕੀਤਾ, ਉਹ ਦੇਸ਼ ਅਕਸਰ ਡੁੱਬ ਜਾਇਆ ਕਰਦੇ ਆ, ਉਹ ਕੌਮਾਂ ਅਕਸਰ ਖਤਮ ਹੋ ਜਾਇਆ ਕਰਦੇ। ਮੈਂ ਮੁਗਲਾਂ ਦਾ ਰਾਜ ਸ਼ੁਰੂ ਜਦ ਹੋਇਆ, ਅੱਜ ਤੋਂ 1500 ਸਾਲ ਪਹਿਲਾਂ, ਜਦ ਗਜਨਵੀ ਆਇਆ ਹੈ ਜੀ, ਜਦ ਤੈਮੂਰ ਆਇਆ, ਜਦ ਬਾਬਰ ਆਇਆ, ਹਮਾਯੂੰ ਆਇਆ, ਮੈਂ ਉਦੋਂ ਸ਼ੁਰੂ ਕੀਤਾ ਵੀ ਉਦੋਂ ਇਸ ਦੇਸ਼ ਦੇ ਕੀ ਹਾਲਾਤ ਸੀ। ਔਰ ਤੁਸੀਂ ਸਾਰੇ ਇਸ ਦੇਸ਼ ਦੇ ਹਾਲਾਤਾਂ ਤੋਂ ਵਾਕਿਫ, ਕੀ ਹੁੰਦਾ ਸੀ ਉਦੋਂ, ਕਿੰਨੇ ਤਸੀਹੇ ਸਾਡੇ ਬੰਦਿਆਂ ਨੂੰ, ਕਿੰਨੇ ਅਸੀਂ ਜ਼ੁਲਮ ਸਹੇ। ਲੇਕਿਨ 1300 ਸਾਲ ਗੁਰੂ ਨਾਨਕ ਦੇਵ ਜੀ ਵੀ ਆਏ, ਬਹੁਤ ਅਰਦਾਸਾਂ ਹੋਈਆਂ ਨਿਰੰਕਾਰ ਦੇ ਚਰਨਾਂ 'ਚ ਵੀ, ਕੋਈ ਆਪਣਾ ਔਲੀਆ ਫਕੀਰ ਭੇਜੋ, ਬਹੁਤ ਜ਼ੁਲਮ ਹੋ ਰਿਹਾ। ਉਹਨਾਂ ਦਾ ਪ੍ਰਕਾਸ਼ ਉਤਸਵ ਹੋਇਆ, ਉਸ ਤੋਂ ਬਾਅਦ ਆਪਣੇ ਗੁਰੂ ਆਏ। ਇਹ ਸਾਰੀ ਹਿਸਟਰੀ ਮੈਂ ਨੌਜਵਾਨਾਂ ਨੂੰ ਸੁਣਾਉਂਦਾ ਜਾ ਰਿਹਾ ਸੀ ਪੰਜਾਬ 'ਚ, ਇੱਕ ਇਲਾਕੇ ਤੋਂ ਦੂਜੇ ਇਲਾਕੇ, ਦੂਜੇ ਤੋਂ ਤੀਜੇ ਇਲਾਕੇ, ਅਤੇ ਮੈਨੂੰ ਇਹ ਲੱਗਦਾ ਸੀ ਵੀ ਮੈਂ ਐਵੇਂ ਬੋਲੀ ਜਾਂਦਾ, ਮੇਰੀ ਕਿਸੇ ਨੇ ਸੁਣਨੀ ਹੈ ਨਹੀਂ। ਮੈਂ ਬਾਬਾ ਜੀ ਕੋਲ ਦੁਬਾਰਾ ਚਲਾ ਗਿਆ, ਟਾਲਾ ਸਾਹਿਬ, ਮੈਂ ਕਿਹਾ ਜੀ ਮੈਨੂੰ ਕਿਹੜੇ ਕੰਮ 'ਚ ਪਾਇਆ ਤੁਸੀਂ? ਇੱਥੇ ਤਾਂ ਮੈਂ ਕਿਹਾ ਨੌਜਵਾਨ ਦੇ ਮੋਬਾਈਲਾਂ ਮੈਂ ਕਿਹਾ ਕੰਨ ਨੂੰ ਲੱਗੇ ਹੁੰਦੇ ਨੇ, ਮੈਂ ਕਿਹਾ ਸੁਣਦੇ ਨਹੀਂ, ਮੈਨੂੰ ਗੁੱਸਾ ਬਹੁਤ ਚੜ੍ਹਦਾ। ਮੈਂ ਕਿਹਾ ਜਿਆਦਾ ਇਹੋ ਜਿਹਾ ਕੰਮ ਕਰਦੇ ਨੇ, ਮੇਰਾ ਕਈ ਵਾਰੀ ਦਿਲ ਕਰਦਾ ਮਾਈਕ ਮਾਰਾ ਰੱਖ ਕੇ, ਤੁਹਾਨੂੰ ਮੈਂ ਤੁਹਾਡੇ ਵੱਡੇ ਵਡੇਰੇ ਦੀ ਗੱਲ ਸੁਣਾਉਂ, ਤੁਸੀਂ ਸੁਣਦੇ ਨਹੀਂ। ਮੈਨੂੰ ਕਹਿੰਦੇ ਤੂੰ ਬੁਲੰਦ ਆਵਾਜ਼ 'ਚ ਬੋਲੀ ਚੱਲ, ਦੱਸੀ ਚੱਲ, ਕਹੀ ਚੱਲ, ਆਪੇ ਗੁਰੂ ਕਿਰਪਾ ਕਰੇਗਾ। ਤੇਰਾ ਕੰਮ ਇਹ ਨਹੀਂ ਹੈ ਵੀ ਕਿਉਂ ਸੁਣਦਾ ਕਿ ਨਹੀਂ ਸੁਣਦਾ, ਤਾਂ ਗੁਰੂ ਦਾ ਹੁਕਮ ਪਗਾਉਣਾ, ਤੈਨੂੰ ਕੰਮ ਲਾਇਆ ਤੂੰ ਕੰਮ ਲੱਗਿਆ ਰਹਿ। ਕਰਦੇ ਕਰਦੇ ਜੀ ਕਣਕਵਾਲ ਇੱਕ ਰੈਲੀ ਹੋਈ ਬਠਿੰਡੇ, ਬਠਿੰਡੇ ਦੇ ਵਿੱਚ ਮੈਂ ਚਲਾ ਗਿਆ। ਜਦ ਮੈਂ ਗੱਡੀ ਰੋਕੀ, ਮੈਂ ਦੇਖਿਆ 70-80 ਹਜ਼ਾਰ ਬੰਦਾ, ਨੌਜਵਾਨ ਹੀ ਨੌਜਵਾਨ, ਸਾਡੀਆਂ ਮਾਤਾਵਾਂ, ਭੈਣਾਂ, ਧੀਆਂ ਕੇਸਰੀ ਚੁੰਨੀਆਂ ਲਈਆਂ ਹੋਈਆਂ, ਮੁੰਡਿਆਂ ਨੇ ਦਸਤਾਰਾਂ ਬੰਨੀਆਂ ਹੋਈਆਂ। ਮਤਲਬ ਯੋਗਰਾਜ ਸਿੰਘ ਦਾ ਜਿਹੜਾ ਹੋਕਾ ਸੀ ਉਹ ਕਿਤੇ ਨਾ ਕਿਤੇ ਕੰਮ ਕਰ ਗਿਆ। ਨੌਜਵਾਨ ਉਸ ਰੈਲੀ ਦੇ ਵਿੱਚ ਤੁਹਾਨੂੰ ਲੱਗਿਆ ਕਿ ਹੁਣ ਨੌਜਵਾਨ ਜਾਗ ਰਿਹਾ। ਹਾਂ, ਮੈਂ ਤੁਹਾਨੂੰ ਦੱਸਦਾ। ਅਤੇ ਮੈਂ ਜਾ ਕੇ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਵੀ ਇਹ ਵਾਕਈ ਸਾਡਾ ਪੰਜਾਬ ਹੈ। ਜਦ ਮੈਂ ਗਿਆ, ਦੁਨੀਆ ਖੜੀ ਹੋ ਗਈ ਮਾਰ, ਉੱਥੇ ਮੈਨੂੰ ਨਿਕਲਣ ਨੂੰ, ਜਾਣ ਨੂੰ ਵੀ 4 ਘੰਟੇ ਲੱਗ ਗਏ। ਜਦ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਇੱਕਦਮ ਸਨਾਟਾ ਹੋ ਗਿਆ, ਅਤੇ ਮੈਂ ਗੱਲ ਗੁਰੂਆਂ ਦੀ ਸ਼ੁਰੂ ਕੀਤੀ, ਹਰੀ ਸਿੰਘ ਨਲੂਏ ਦੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਗੱਲ ਇਹ ਸੁਣਾਈ ਕਿ ਜਿਸ ਕੌਮ ਦਾ ਕਿਰਦਾਰ ਨਹੀਂ ਉੱਚਾ, ਜਿਹੜਾ ਨੌਜਵਾਨ ਇਹ ਨਹੀਂ ਸੋਚਦਾ ਕਿ ਵੱਡੀ ਮਾਂ ਬਰਾਬਰ ਦੀ ਭੈਣ ਅਤੇ ਛੋਟੀ ਧੀ ਹੈ, ਉਹਨੂੰ ਜ਼ਿੰਦਗੀ ਦੇ ਵਿੱਚ ਕਿਰਦਾਰ ਉਹਦਾ ਜੇ ਇਹੋ ਜਿਹਾ ਨਹੀਂ ਬਣਦਾ ਤਾਂ ਉਹ ਕੌਮ ਕਦੇ ਸੂਰਮੇ ਪੈਦਾ ਨਹੀਂ ਕਰ ਸਕਦੀ। ਕਿਉਂਕਿ ਸਾਡੇ ਜਰਨੈਲ, ਸਾਡੇ ਗੁਰੂ, ਸਾਡੇ ਪੀਰ ਇਸੇ ਕਿਰਦਾਰ ਦੇ ਸੀ। ਬਾਨੋ ਦਾ ਕਿੱਸਾ ਸੁਣਾਇਆ, ਹੋਰ ਬੜੇ ਕਿੱਸੇ ਸੁਣਾਏ। ਜਨਰਲ ਜ਼ੋਰਾਵਰ ਸਿੰਘ ਦੀ ਗੱਲ ਕੀਤੀ ਤਾਂ ਮੈਨੂੰ ਨੌਜਵਾਨ ਪੀੜ੍ਹੀ ਪੁੱਛਦੀ ਜੀ ਉਹ ਕੌਣ ਸੀ? ਮੈਂ ਕਿਹਾ
ਦੁੱਖ ਭਰੀ ਗੱਲ ਹੈ ਕਿ ਮੈਂ ਤੁਹਾਨੂੰ ਆਪਣੇ ਜਰਨੈਲਾਂ ਦੀਆਂ ਗੁਰੂਆਂ ਪੀਰਾਂ ਦੀ ਗੱਲਾਂ ਸੁਣਨਾ, ਤੁਸੀਂ ਮੈਨੂੰ ਕਹਿੰਦੇ ਕੌਣ ਸੀ, ਸੁਣੋ ਕੌਣ ਸੀਗੇ। ਅਸੀਂ ਜੀ ਉਹ ਗੱਲ ਕਰਦੇ 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 ਜਦ ਮੈਂ ਬੋਲਾ ਘੰਟਾ 2 ਘੰਟੇ, ਮੈਨੂੰ ਨਹੀਂ ਪਤਾ ਮੈਂ ਕੀ ਬੋਲ ਰਿਹਾ। ਮੈਂ ਗੁਰੂ ਮਹਾਰਾਜ ਸਾਹਮਣੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਜੋ ਬੋਲਣਾ ਤੁਸੀਂ ਬੋਲਣਾ, ਜੋ ਕਰਨਾ ਤੁਸੀਂ ਕਰਨਾ, ਮੈਨੂੰ ਕੱਖ ਨਹੀਂ ਬੋਲਣਾ ਆਉਂਦਾ, ਔਰ ਇਹ ਸੱਚ ਹੈ ਵੀ ਬਾਬਾ ਜੀ ਤੁਸੀਂ ਉਹ ਕਰਨਾ, ਤੁਸੀਂ ਉਹ ਐਸੀ ਸ਼ਕਤੀ ਐਸੀ ਗੱਲ ਹੁੰਦੀ। ਜਦ ਮੈਂ ਕਿਤੇ ਸਪੀਚ ਦੇ ਕੇ ਹਟਦਾ ਤਾਂ ਮੈਨੂੰ ਕਹਿੰਦੇ ਬੜੀਆਂ ਤਾੜੀਆਂ ਵੱਜਣੀਆਂ, ਬਾਜ਼ ਜਕਾਰੇ। ਮੈਂ ਕਿਹਾ ਵੀ ਮੈਂ ਠੀਕ ਬੋਲਿਆ? ਕਹਿੰਦੇ ਭਾਜੀ ਤੁਸੀਂ ਇੰਨਾ ਪੜ੍ਹਿਆ ਕਿੱਥੋਂ ਹੈ? ਮਤਲਬ ਇੰਨਾ ਤੁਸੀਂ ਲੀਨ ਹੋ ਗਏ ਸੀ, ਤੁਹਾਨੂੰ ਖੁਦ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਯੋਗਰਾਜ ਸਿੰਘ ਬੋਲ ਕੀ ਰਹੇ ਨੇ? ਮਤਲਬ ਮੈਨੂੰ ਪਤਾ ਹੀ ਨਹੀਂ, ਬਸ ਮੈਨੂੰ ਇੰਨਾ ਕੁ ਪਤਾ ਸੀ ਮੈਂ ਹਿਸਟਰੀ ਸੁਣਾ ਰਿਹਾ ਗੁਰੂਆਂ ਦੀ। ਕਈ ਵਾਰੀ ਮੈਂ ਰੋ ਪੈਣਾ, ਅੱਛਾ ਜੀ, ਕਈ ਵਾਰੀ ਜੁੱਸਾ ਚੜ੍ਹ ਜਾਣਾ। ਅੱਛਾ, ਉਹ ਗੱਲ ਕਰਦੇ 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 ਜਦ ਮਹੀਨਾ 2 ਮਹੀਨੇ ਬੀਤੇ ਤਾਂ ਜਿੱਥੇ ਵੀ ਮੈਂ ਜਾਂਦਾ ਸੀ, ਭਾਵੇਂ ਟੋਲ ਟੈਕਸ ਹੈ ਭਾਵੇਂ ਕਿਤੇ, ਲੋਕ ਦੁਨੀਆ ਖੜੀ ਹੋ ਜਾਂਦੀ ਸੀ। ਚਲੋ ਜੀ ਗੱਲ ਹੋ ਗਈ, ਕਿਉਂਕਿ ਤੁਹਾਡੇ ਸਵਾਲ ਦਾ ਜਵਾਬ ਲੰਬਾ ਹੋ ਗਿਆ ਥੋੜ੍ਹਾ। 26 ਤਰੀਕ ਆ ਗਈ। 26 ਤਰੀਕ ਤੋਂ ਪਹਿਲਾਂ 5 ਦਿਨ ਪਹਿਲਾਂ ਐਲਾਨ ਕਰਤਾ, 10 ਦਿਨ ਇਹਨਾਂ ਨੇ ਵੀ ਦਿੱਲੀ ਜਾਣਾ। ਮੈਂ ਇੱਕ ਗੱਲ ਹੋਰ ਫੜ ਲਈ ਵੀ ਹੁਣ ਇਮਤਿਹਾਨ ਦਾ ਟਾਈਮ ਆ ਗਿਆ। ਦੇਖਿਓ ਹੁਣ ਭੱਜਿਓ ਨਾ ਨੌਜਵਾਨੋ, ਕਿਉਂਕਿ ਤੁਹਾਡੇ ਪਿਓ ਤੇ ਤੁਹਾਡੇ ਦਾਦੇ ਦੀਆਂ ਪੱਗਾਂ ਤੁਹਾਡੇ ਸਿਰ ਤੇ ਨੇ। ਉਹ ਪੁੱਛਣਗੀਆਂ, ਪਰਖ ਦੀ ਘੜੀ ਆ ਗਈ ਨੌਜਵਾਨ ਦੀ। ਉਹਨਾਂ ਨੇ ਪੁੱਛਣਾ ਗੁਰੂਆਂ ਪੀਰਾਂ ਨੇ ਕਿ ਭਾਈ ਤੁਸੀਂ ਕਿੱਥੇ ਸੀ। ਮੈਂ ਘਰੇ ਆ ਗਿਆ ਕਾਕਾ ਜੀ 25 ਤਰੀਕ ਨੂੰ। ਮੈਨੂੰ ਕੋਈ ਯਕੀਨ ਨਹੀਂ ਸੀ ਵੀ ਕੁਝ ਹੋਊਗਾ। ਮੈਨੂੰ ਘਰ ਦੇ ਕਹਿੰਦੇ ਕੀ ਗੱਲ 4 ਵਜ ਕੇ ਸੁੱਤਾ ਨਹੀਂ? ਮੈਂ ਕਿਹਾ ਸੁੱਤਾ ਇਸ ਕਰਕੇ ਨਹੀਂ ਵੀ 4.5 ਮਹੀਨੇ ਹੋ ਗਏ ਮੈਨੂੰ ਜਬਲ ਮਾਰਦੇ ਨੂੰ। ਮੈਂ ਬਹੁਤ ਕੁਝ ਬੱਚਿਆਂ ਨੂੰ ਸੁਣਾਇਆ, ਪਤਾ ਨਹੀਂ ਇਹਦਾ ਅਸਰ ਹੋਊਗਾ ਕਿ ਨਹੀਂ ਹੋਊਗਾ। ਘਰ ਦੇ ਕਹਿੰਦੇ ਜ਼ਰੂਰ ਹੋਊਗਾ। ਮੈਨੂੰ ਯੂਵੀ ਵੀ ਕਹਿਣ ਲੱਗਾ ਪਾਪਾ ਤੁਸੀਂ ਬਹੁਤ ਮਿਹਨਤ ਕਰੀ ਹੈ ਦਿਨ ਰਾਤ। ਅਤੇ 26 ਤਰੀਕ ਨੂੰ 27 ਤਰੀਕ ਨੂੰ ਜੋ ਮੈਂ ਦੇਖਿਆ ਉਹ ਮੈਨੂੰ ਆਪਣੀ ਯਕੀਨ ਨਹੀਂ ਆਇਆ। ਔਰ ਜਿਸ ਤਰ੍ਹਾਂ ਮੁੰਡਿਆਂ ਨੇ ਜਵਾਨੀ ਨੇ ਮਾਰ ਤਾਹਾਂ ਚੱਕ ਤੇ ਸਾਰੀ ਵਿੱਚੇ ਪੁਲਿਸ ਵਿੱਚੇ ਐਡਮਿਨਿਸਟ੍ਰੇਸ਼ਨ ਵਿੱਚੇ ਚੱਲਣ ਦੇ ਹਰਿਆਣੇ ਵਾਲੇ ਲੋਕ ਨਾਲ ਮਿਲ ਗਏ। ਉਸ ਤੋਂ ਪਹਿਲਾਂ ਹਰਿਆਣੇ 'ਚ ਇੱਕ ਰੈਲੀ ਕਰੀ ਸੀ। ਹਾਂਜੀ, ਉੱਥੇ ਲੋਕਾਂ ਨੇ ਬੜੀਆਂ ਤਾੜੀਆਂ ਮਾਰੀਆਂ ਵੀ ਅਸੀਂ ਤੋਂ ਨਾਲ ਚੱਲਾਂਗੇ। ਅਤੇ ਇਹਨਾਂ ਨੇ ਹਰਿਆਣੇ ਅਤੇ ਪੰਜਾਬ ਨੂੰ ਡਿਵਾਈਡ ਕੀਤਾ ਸੀ। ਉਹ ਵੀ ਸੂਤ ਆ ਗਿਆ ਕੰਮ 'ਤੇ ਜਾ ਕੇ ਦਿੱਲੀ ਆਪਣਾ ਭਾਸ਼ਣ ਟਿਕਾਤਾ। ਸ਼ਾਇਦ ਅੱਜ ਤੱਕ ਕਿਸੇ ਵੀ ਦੇਸ਼ ਦੀ ਹਿਸਟਰੀ 'ਚ ਨਹੀਂ ਹੋਇਆ ਹੋਣਾ ਕਿ ਕੋਈ ਬੁਲਾਰਾ ਬੋਲਦਾ ਜਾ ਰਿਹਾ ਆਪਣੀ ਉੱਚੀ ਆਵਾਜ਼ ਦੇ ਵਿੱਚ। ਇਹਨਾਂ ਨੇ ਮੇਰੇ 'ਤੇ ਤੌਹਮਤਾਂ ਵੀ ਲਾਈਆਂ, ਇਹਨਾਂ ਨੇ ਹਿੰਦੂ ਸਿੱਖ ਦਾ ਸਵਾਲ ਵੀ ਖੜਾ ਕੀਤਾ, ਤੁਸੀਂ ਸੁਣਿਆ ਹੋਣਾ, ਬਹੁਤ ਕੁਝ ਕੀਤਾ। ਕੁਦਰਤੀ ਕਰਦੇ ਕਰਦੇ ਮੈਂ ਬਿਮਾਰ ਹੋ ਗਿਆ, ਕਰੋਨਾ ਹੋ ਗਿਆ। ਮੈਂ ਬਿਸਤਰ 'ਚ 25-26 ਦਿਨ ਪਿਆ ਰਿਹਾ। ਮੈਨੂੰ ਡਾਕਟਰ ਨੇ ਹਿੱਲਣ ਦਿੱਤਾ। ਮੈਂ ਹਸਪਤਾਲ ਸੀਗਾ ਐਮਰਜੈਂਸੀ 'ਚ। ਮੈਂ ਕਿਹਾ ਵੀ ਤੂੰ ਖਬਰ ਬਾਹਰ ਨਹੀਂ ਕੱਢਣੀ। ਜੇ ਇਹਨੂੰ ਪਤਾ ਲੱਗ ਗਿਆ ਨਾ ਯੋਗਰਾਜ ਸਿੰਘ ਮਰ ਗਿਆ, ਮੈਂ ਕਿਹਾ ਕੰਮ ਖਰਾਬ ਹੋ ਜਾਣਾ। ਅੱਛਾ, ਵੀ ਜੇ ਯੋਗਰਾਜ ਸਿੰਘ ਦੇ ਕੁਝ ਹੋ ਵੀ ਜਾਂਦਾ ਤਾਂ ਤੁਸੀਂ ਪਰਿਵਾਰ ਨੂੰ ਕਹਿਤਾ ਸੀ ਕਿ ਇਹ ਖਬਰ ਬਾਹਰ ਨਹੀਂ ਜਾਣੀ ਚਾਹੀਦੀ? ਬਾਹਰ ਨਹੀਂ ਜਾਣੀ ਚਾਹੀਦੀ, ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵੀ ਸਾਡਾ ਇੱਕ ਜਰਨੈਲ ਜਿਉਂਦਾ। ਚਲੋ ਜੀ ਉਹ ਹੌਲੀ ਹੌਲੀ ਠੀਕ ਗਏ। ਇਹਨਾਂ ਦੇ ਵਿੱਚੋਂ ਬੜੀਆਂ ਗੱਲਾਂ ਸ਼ੁਰੂ ਕਰਤੀਆਂ। ਫਿਰ ਮੈਂ ਦਿੱਲੀ ਜਾ ਕੇ ਜਥਾ ਨਾਲ ਗਿਆ ਸਾਡੇ ਕਲਾਕਾਰਾਂ ਦਾ। ਮੈਂ ਉੱਥੇ ਜਾ ਕੇ ਕਿਹਾ, ਮੈਂ ਕਿਹਾ ਇਹ ਨਾ ਸਮਝੋ ਕਿ ਜੱਟ ਡਰ ਗਿਆ, ਮੈਂ ਬਿਮਾਰ ਹੋ ਗਿਆ ਸੀ, ਪਰ ਤੁਹਾਡੀ ਇੱਕ ਗੱਲ ਦਾ ਜਵਾਬ ਦੇਵਾਂਗਾ ਜ਼ਰੂਰ। ਉਹ ਤੁਹਾਨੂੰ ਪੁੱਛੂੰਗਾ ਵੀ ਇਹ ਸੱਚ ਹੈ ਕਿ ਝੂਠ ਹੈ। ਅਜੇ ਉਹ ਸਮਾਂ ਆਇਆ ਨਹੀਂ, ਆਊਗਾ। ਤੁਹਾਡੇ ਵਰਗੇ ਲੋਕਾਂ ਨਾਲ ਗੱਲ ਕਰਾਂਗੇ, ਸਟੇਜਾਂ 'ਤੇ ਗੱਲ ਕਰਾਂਗੇ। ਫਿਰ ਪੁੱਛਾਂਗੇ ਇਹਨਾਂ ਨੂੰ ਵੀ ਦੱਸੋ ਕਿੱਥੇ ਖੜ੍ਹੇ ਹੋ। ਧਿਆਨ ਚੰਦ ਡੋਗਰੇ ਵਰਗੇ ਨੂੰ ਵੀ ਪੁੱਛਾਂਗੇ। ਮਹਾਰਾਜ ਰਣਜੀਤ ਸਿੰਘ ਦਾ ਰਾਜ ਸੁਣਾਇਆ, 40 ਸਾਲ ਰਾਜ ਹੋਇਆ। ਉੱਥੇ ਕਿਸੇ ਧਰਮ ਪਿੱਛੇ ਲੜਾਈ ਨਹੀਂ ਹੋਈ, ਕਿਸੇ ਭੁੱਖਮਰੀ ਨਹੀਂ ਹੋਈ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ, ਅਤੇ ਕਿਸੇ ਧੀ ਭੈਣ ਵੱਲ ਕਿਸੇ ਨੇ ਅੱਖ ਭਰ ਕੇ ਨਹੀਂ ਦੇਖਿਆ। ਹਾਲਾਂਕਿ ਉਦੋਂ ਸਿਰਫ 18% ਸਿੱਖ ਸੀ, ਬਾਕੀ ਸਾਰੇ ਧਰਮਾਂ ਦੇ ਲੋਕ ਸੀ, ਹਿੰਦੂ ਸੀ, ਮੁਸਲਮਾਨ ਸੀ, ਸਾਰੇ ਬੁੱਧ ਸੀ, ਸਭ ਧਰਮ ਸੀਗਾ। ਲੇਕਿਨ ਰਹਿੰਦੇ ਸੀ ਇੱਕ ਮੁੱਠ ਹੋ ਕੇ ਕਿ ਕਿੱਡਾ ਸੋਹਣਾ ਇਹ ਜਿਹੜਾ ਰਾਜ ਚੱਲਿਆ। ਇਹ ਕਰਦੇ 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 ਜਿਹੜੀ ਜਵਾਨੀ ਪੰਜਾਬ ਦੀ ਜਾਗੀ ਕਾਕਾ ਜੀ, ਸ਼ੁਕਰ ਹੈ ਮਹਾਰਾਜ ਦਾ। ਮੈਂ ਤਾਂ ਕੌਣ ਕਰਨ ਵਾਲਾ, ਗੁਰੂ ਨੇ ਕੀਤਾ। ਲੇਕਿਨ ਇਹਦਾ ਸ਼੍ਰੇਅ ਸਾਰਿਆਂ ਨੂੰ ਜਾਂਦਾ, ਸਾਰੇ ਕਲਾਕਾਰਾਂ ਨੂੰ, ਸਾਰੇ ਸਿੰਗਰਾਂ ਨੂੰ, ਦੀਪ ਸਿੱਧੂ ਨੂੰ, ਸਿਧਾਣੇ ਨੂੰ, ਸਭ ਨੂੰ ਜਾਂਦਾ ਹੈ। ਕਿਉਂਕਿ ਸਭ ਨੇ ਕੰਮ ਕੀਤਾ, ਜਿੱਦਾਂ ਵੀ ਕੀਤਾ ਆਪਣੀ ਆਪਣੀ ਸਮਝ ਨਾਲ ਕੀਤਾ। ਔਰ ਮੈਂ ਜਥੇਬੰਦੀਆਂ ਨੇ ਗੱਲ ਠੋਕ ਕੇ ਕਹੀ, ਔਰ ਦੁਬਾਰਾ ਕਹਿਣਾ ਚਾਹੁੰਦਾ, ਆਪਣੇ ਗਲਤਫਹਿਮੀ ਮਤ ਰੱਖਿਓ ਕਿ ਤੁਹਾਡੇ ਕਰਕੇ ਲੋਕ ਉੱਥੇ ਬੈਠੇ ਆ। ਲੋਕ ਉੱਥੇ ਇਸ ਕਰਕੇ ਬੈਠੇ ਆ ਕਿ ਉਹਨਾਂ ਦੀ ਆਪਣਾ ਜ਼ਾਤੀ ਮਸਲਾ ਬਣ ਚੁੱਕਿਆ, ਔਰ ਲੋਕ ਪੰਜਾਬ ਦੇ ਜਾਗ ਚੁੱਕੇ ਆ। ਤੁਸੀਂ ਇਹਨਾਂ ਦੇ ਨਾਲ ਰਹੋ, ਵਿਕਿਓ ਨਾਲ, ਤਕੜੇ ਹੋ ਕੇ ਰਹੋ। ਕਿਉਂਕਿ ਜੇ ਤੁਸੀਂ ਵਿਕੇ ਸਰਕਾਰ ਕੋਲ, ਜਾਂ ਜੇ ਤੁਸੀਂ ਕੱਲ੍ਹ ਨੂੰ ਕੋਈ ਇਹੋ ਜਿਹੀ ਗੱਲ ਕੀਤੀ ਜਿਹੜੀ ਪੰਜਾਬ ਦੇ ਹਿੱਤ 'ਚ ਨਾ ਹੋਊਗੀ, ਤਾਂ ਤੁਹਾਨੂੰ ਕਿਸੇ ਨੇ ਮਾफ़ ਨਹੀਂ ਕਰਨਾ। ਸੋ ਬੜੀ ਖੁਸ਼ੀ ਹੈ, ਜਿਸ ਕੌਮ ਦੀ ਜਵਾਨੀ ਜਾਗ ਪੈਂਦੀ ਉਸ ਕੌਮ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਕਹੀ ਸੀ ਜਾਣ ਲੱਗੇ ਨੰਦੇੜ ਸਾਹਿਬ, ਕਹਿੰਦੇ ਮੇਰੇ ਸਿੱਖੋ, ਮੇਰੇ ਲੋਕੋ, ਹਿੰਦੁਸਤਾਨ ਦੇ ਵਸਦੇ ਹੋ, ਮੇਰੇ ਸਾਖੀਓ, 2 ਚੀਜ਼ਾਂ ਯਾਦ ਰੱਖਿਓ। ਇੱਕ, ਗੁਰਬਾਣੀ ਤੋਂ ਨਹੀਂ ਟੁੱਟਣਾ, 24 ਘੰਟੇ ਗੁਰਬਾਣੀ ਦਾ ਪਾਠ ਕਰਨਾ ਅਤੇ ਆਪਣਾ ਕੰਮ ਵੀ ਕਰਨਾ। ਇੱਕ, ਸ਼ਸਤਰ ਵਿੱਦਿਆ ਜ਼ਰੂਰ ਸਿੱਖਣੀ ਹੈ, ਭਾਵੇਂ ਉਹ ਜਵਾਨ ਹੈ, ਭਾਵੇਂ ਬਜ਼ੁਰਗ ਹੈ, ਭਾਵੇਂ ਮਾਂ ਹੈ, ਭਾਵੇਂ ਧੀ ਹੈ, ਅਤੇ ਭਾਵੇਂ ਭੈਣ ਹੈ। ਮੁਟਿਆਰਾਂ ਨੂੰ ਵੀ ਮੈਂ ਕਿਹਾ, ਮੈਂ ਕਿਹਾ ਸ਼ਸਤਰਧਾਰੀ ਹੋਣਾ ਹੈ। ਕਿਉਂ ਆਪਾਂ ਬੁਲਾਈਏ ਕਿਸੇ ਨੂੰ
ਕਿਉਂ ਜਾਈਏ ਕੇਸਾਂ 'ਚ, ਸਾਨੂੰ ਕਿਹੋ ਜਿਹੇ ਸਵਾਲ ਕਰਦੇ ਕੋਰਟਾਂ 'ਚ, ਪੁਲਿਸ ਵਾਲੇ ਇਹ ਉਹ ਲਾਅ, ਕਿਹੜਾ ਲਾਅ ਇੱਥੇ? ਗੁਰੂ ਸਾਹਿਬ ਨੇ ਕਿਹਾ ਸ਼ਸਤਰ ਤੇਰੇ ਕੋਲ ਹੋਣਾ ਚਾਹੀਦਾ। ਮੈਂ ਕਿਹਾ ਧੀਏ ਜੇ ਤੈਨੂੰ 4 ਬੰਦੇ ਪੈ ਜਾਣ ਪਤਾ ਲੱਗੇ ਤਾਂ ਸਿਰ ਵੜ ਤੇ ਚਾਰਾਂ ਦੇ। ਹਿੰਸਾ ਨੂੰ ਤੁਸੀਂ ਅੱਜ ਦੇ ਟਾਈਮ ਦੇ ਵਿੱਚ, ਪਹਿਲਾਂ ਮੇਰੀ ਸੁਣੋ ਗੱਲ, ਇਹਦੀ ਕਮਾਲ ਕੀ ਹੋਈ ਕਿ ਜਿੱਦਣ ਮੈਂ ਚੰਡੀਗੜ੍ਹ ਇੱਥੇ ਮਟਕਾ ਚੌਕ ਤੇ ਖੜਾ ਸੀ ਤਾਂ ਉੱਥੇ ਇੱਕ ਦਿਨ ਚਾਚਾ ਅਜੀਤ ਸਿੰਘ ਜੀ ਦਾ ਹੋਇਆ ਜਨਮ ਦਿਹਾੜਾ ਮਨਾਇਆ ਗਿਆ। ਉੱਥੇ 100 ਬੀਬੀਆਂ ਨੰਗੀਆਂ ਤਲਵਾਰਾਂ ਲੈ ਕੇ ਖੜੀਆਂ ਸੀ। अहिंसा की गल नहीं, कोई किसी को राज ना दे है, कोई किसी को ताज ना दे है, जो ले है अपने निज बल से ले है। ये गुरु गोबिंद सिंह जी कह गए। जद कोई गल प्यार नाल नहीं मुकदी, हुण ये गल्लां चल रही प्यार नाल नहीं मुक रही, कल नूं पता नहीं गल कित्थे मुकनी है। जद सारे रस्ते बंद हो जाण उदों शस्त्र अपने हत्थ चुकना गुरु दा ते रब दा फरमान है। ये च हिंसा वाली कोई गल नहीं, क्योंकि कलम ते तलवार जिहड़ी है दोनों टेबल ते रख दो, दोनों की लोड़ समय समय सिर पैंदी है। पर मैनू ये यकीन है कि जिहड़ी ये गल हैगी, क्योंकि घरेलू गल है और ये गल छेती मुक जानी चाहिए है। सर एडा लंबा संघर्ष चल रहा है, पहलां तुसीं ने गल कीती कि पंजाब दे विच भी सारा वरतारा तुसीं ने दस्सिया कि संघर्ष किद्दां होया, की गल्लां होईयां। दोषी कौन है इहदा? चलो सेंटर सरकार नूं तां सारे ही दोषी मान रहे हैं, कि पंजाब सरकार दा भी रोल उन्ना ही दोषियां वाला जां पंजाब सरकार इस वरतारे तो सारे तो बाहर आ? गल तुसीं पंजाब दी कर रहे हो कि देश दी कर रहे हो? जे तुसीं पंजाब दी, क्योंकि असीं दोनां दी गल कर रहे, क्योंकि ਇਹ ਅੰਦੋਲਨ ਜਿਹੜਾ ਸ਼ੁਰੂ ਪੰਜਾਬ ਤੋਂ ਹੋ ਕੇ ਅੱਜ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ। ਪੰਜਾਬ ਕਰਕੇ ਦੇਸ਼ ਬਚਿਆ ਹੋਇਆ ਹੈ, ਇਹ ਵੀ ਮੈਂ ਟੱਲ ਆਵਾਜ਼ ਦੇ ਵਿੱਚ ਕਹਿ ਦਿਆਂ, ਕਿਸੇ ਨੂੰ ਗਲਤਫਹਿਮੀ ਨਹੀਂ ਰਹਿਣੀ ਚਾਹੀਦੀ। ਜੇ ਪੰਜਾਬੀ ਨਾ ਹੁੰਦੇ ਇਹ ਦੇਸ਼ ਵੀ ਨਾ ਹੁੰਦਾ, ਔਰ ਇਹ ਦੇਸ਼ ਸਾਡਾ, ਸਾਡੇ ਵੱਡ ਵਡੇਰਿਆਂ ਨੇ ਅਹੂਤੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਮੁਗਲਾਂ ਤੋਂ ਤੇ ਅੰਗਰੇਜ਼ਾਂ ਤੋਂ। ਜਿਹੜਾ ਸਵਾਲ ਤੁਸੀਂ ਪੁੱਛਿਆ ਗੁਨਾਹਗਾਰ ਕੌਣ ਹੈ? ਹਾਂਜੀ, ਗੁਨਾਹਗਾਰ ਅਸੀਂ, पंजाब की धरती पर रहने वाले लोग। गुनाहगार साडे लीडर, दोषी गुनाहगार साडी पार्टीबाजी वाले लोग, जिहड़े अज तो 100 साल पहला भी गद्दार सी, कल भी गद्दार सी, अज भी गद्दार है तो गद्दार रहणगे। वो सियासतदान, वो लीडर, वो सियासतदान पार्टियां 1947 दे विच देश आज़ाद होया, नुकसान सब तो वड्डा किहदा होया? पंजाब का होया। वंड गुजरात च क्यों नहीं की? वंड साउथ च क्यों नहीं की? वंड महाराष्ट्र च क्यों नहीं की? क्योंकि बलदेव सिंह कहंदा ओ मेरियां तां भाई गुजरात च फैक्ट्रियां चलदियां, तुसीं उत्थे वंड करोगे मेरी तां फैक्ट्रियां खराब, कोई लै जूगा। देखो मास्टर तारा सिंह बिकिया, बलवंत सिंह बिकिया, आउण वाले जिन्ने लीडर वो बिके। सिर्फ एक प्रताप सिंह कैरों सी जिहदा नाम अज भी वजदा है, ਜਿਹੜਾ ਕਹਿੰਦਾ ਸੀ ਠਹਿਰੋ ਮੈਂ ਦਿੱਲੀ ਪੰਜਾਬ ਨਾਲ ਘੇਰ ਦਿਉ। 1947 ਤੋਂ ਲੈ ਕੇ ਅੱਜ ਤੱਕ ਕਾਂਗਰਸ ਨੇ ਰਾਜ ਕੀਤਾ 65 ਸਾਲ, ਔਰ ਇਹਨਾਂ 65 ਸਾਲਾਂ ਦੇ ਵਿੱਚ ਹਿੰਦੁਸਤਾਨ ਦਾ ਕੀ ਹਾਲ ਹੋਇਆ ਤੁਹਾਡੇ ਸਾਹਮਣੇ ਹੈ। ਫਿਰ ਰਾਜ ਕੀਤਾ ਬੀਜੇਪੀ ਵਾਲੇ ਨੇ, ਫਿਰ ਰਾਜ ਕੀਤਾ ਕਿਸੇ ਨੇ, ਕਦੇ ਕਿਸੇ ਨੇ। ਪੰਜਾਬ ਦੇ ਵਿੱਚ ਜਿੰਨੇ ਵੀ ਲੀਡਰ ਹੋਏ ਨੇ, ਤੁਸੀਂ ਮੈਨੂੰ ਦੱਸੋ ਵੀ ਅੱਜ ਦੇ ਦੌਰ ਦੇ ਵਿੱਚ ਹਰੇਕ ਬੰਦਾ ਇਹਨਾਂ ਨੂੰ ਨਫ਼ਰਤ ਕਿਉਂ ਕਰਦਾ ਹੈ? ਇਹਨਾਂ ਨੇ ਆਪਣੇ ਘਰ ਭਰੇ, ਆਪਣਾ ਸਾਰਾ ਕੁਛ ਕੀਤਾ, ਤਪੋ ਰਾਜ ਰਾਜੋ ਨਰਕ। ਇਸ ਪੰਜਾਬ ਦੇ ਅੱਜ ਤੋਂ 2 ਮਹੀਨੇ ਪਹਿਲਾਂ ਮੇਰੇ ਕੋਲ ਇਹੀ ਮੰਤਰੀ ਸਾਰੇ ਸੁਨੇਹੇ ਘੱਲਦੇ ਹੁੰਦੇ ਸੀ ਕਿ ਪੰਜਾਬ ਨੂੰ ਬਚਾ ਲਓ, ਪੰਜਾਬ ਨੂੰ ਬਚਾ ਲਓ। ਮੈਂ ਕਿਹਾ ਖਾ ਤੁਸੀਂ ਗਏ, ਖਜ਼ਾਨੇ ਖਾਲੀ ਤੁਸੀਂ ਕਰਦੇ। ਤੁਸੀਂ ਕਦੇ ਇਹਦੇ ਪ੍ਰੈਸ ਰਿਪੋਰਟਰ ਸਵਾਲ ਪੁੱਛਿਆ ਕਿ ਭਾਈ ਖਜ਼ਾਨਾ ਕਿੱਥੇ ਗਿਆ? ਦੱਸੋ। नहीं ऐ करी जाने हो। ਅਸੀਂ ਆਪਣੀ ਆਵਾਜ਼ ਜਿੰਨੀ ਚੱਕ ਸਕਦੇ ਸੀ क्यों नहीं करते? क्योंकि तुसीं प्रेस वाले हो। तुसीं कहो कि खजाना कित्थे है, मैं भी पूछना चाहुंदा खजाना किहदे कोल चला गया? खजाना 400 ਲੱਖ करोड़ घाटा, 1500 ਲੱਖ करोड़ घाटा, पैसा कित्थे है? पैसा लीडरां को गया, पैसा सियासतदान पार्टियां कोल गया। पंजाब दे विच अज भी पिंडां दा उही हाल है, तुसीं देखिया होना जाके। मेरा कहने दा मतलब है, हुण मैं गा ना तुहाडे मीडिया ते सियासत दो ये गल कर ली, हुण मीडिया की गल करी। जिस देश का मीडिया बिक जे, जिस देश का मीडिया डरे, जिस देश के मीडिया नूं ये डर होवे कि मेरी रोजी रोटी ना कोई खोले, वो मीडिया नूं मैं पुछना चाहना कि तुसीं कदे अपनी ज़मीर नूं पुछिया कि तुसीं मरना भी है, रब दे सामने जाके खड़े भी होना है। लेकिन सारे मीडिया पे इल्जाम लगा रहे। मैं बड़ी बारी तुहानूं पहला भी कहा, मेरी गल कंप्लीट हो लेने दे। लेकिन ਉਹਦੇ ਬਾਅਦ ਬਹੁਤ ਸਾਰੇ ਮੀਡੀਆ ਵਾਲੇ ਇਹੋ ਜਿਹੇ ਵੀ ਨੇ ਇਸ ਪੰਜਾਬ ਦੀ ਧਰਤੀ ਤੇ, ਇਸ ਹਰਿਆਣੇ ਦੀ ਧਰਤੀ ਤੇ, ਬਾਹਰਲੇ ਚੈਨਲ, ਹਜ਼ਾਰਾਂ ਚੈਨਲ ਜਿਨ੍ਹਾਂ ਨੇ ਸਾਥ ਦਿੱਤਾ ਤੇ ਅੱਜ ਅੰਦੋਲਨ ਉਹਨਾਂ ਮੀਡੀਆ ਲੋਕਾਂ ਕਰਕੇ ਅੱਜ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣਿਆ।
ਸਰ ਇਹ ਹੈ ਦੋਸ਼ੀ, ਹਾਂਜੀ ਵਿੱਚੇ ਦੋਸ਼ੀ ਇਹ ਨੇ, ਵਿੱਚੇ ਪਬਲਿਕ ਹੈ ਤੇ ਵਿੱਚੇ ਹੀ ਆਪਾਂ ਮੀਡੀਆ ਵਾਲੇ ਆ ਤੇ ਵਿੱਚੇ ਹੀ ਸਾਡੇ ਵੱਡ ਵਡੇਰੇ ਨੇ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜ਼ਿੰਦਗੀ ਦੇ ਵਿੱਚ ਜੇ ਆਪਾਂ ਆਪਣੀ ਜ਼ਮੀਰਾਂ ਤੋਂ ਇਹ ਪੁੱਛ ਲਈਏ ਕਿ ਦੇਸ਼ ਮੇਰਾ, ਪੰਜਾਬ ਮੇਰਾ, ਇਸ ਦੇਸ਼ ਦੀ ਮਿੱਟੀ ਮੇਰੀ, ਤੁਸੀਂ ਪਾਕਿਸਤਾਨ ਵੰਡ ਕੇ ਦੱਸੋ ਕੀ ਖੜਾ ਕਰ ਲਿਆ। ਜੇ ਆਪਾਂ ਪਾਕਿਸਤਾਨ ਨਾ ਵੰਡਦੇ ਤਾਂ ਆਪਣਾ ਦੇਸ਼ ਹਿੰਦੁਸਤਾਨ ਕਿੱਡਾ ਵੱਡਾ ਹੁੰਦਾ, ਭਾਰਤ ਉਹ ਕੰਧਾਰ ਤੱਕ, ਉਹ ਆ ਕਸ਼ਮੀਰ ਦਾ ਰੌਲਾ ਨਹੀਂ ਸੀ ਪੈਣਾ। ਜਦ ਤੁਸੀਂ ਗਵਾਂਢੀ ਨੂੰ ਵੰਡ ਕਰੋਗੇ, ਉਹਦਾ ਹਿੱਸਾ ਉਹਨੂੰ ਨਹੀਂ ਦਿਓਗੇ, ਫਿਰ ਉਹ ਚੀਕੂਗਾ ਤਾਂ ਸਹੀ। ਜੇ ਆਪਾਂ ਇਹ ਕੰਮ ਨਾ ਕੀਤਾ ਹੁੰਦਾ, ਅੱਜ ਇਹ ਮਸਲੇ ਆ ਚੀਨ ਵਰਗੇ ਵੀ ਆਪਾਂ ਨੂੰ ਮੱਥੇ ਟੇਕਦੇ, ਅਮਰੀਕਾ ਵੀ ਮੱਥੇ ਟੇਕਦੇ। ਸੋ ਆਪਣੇ ਵੱਡ ਵਡੇਰਿਆਂ ਨੇ, ਆਪਣੇ ਸਿਆਸਤਦਾਨਾਂ ਨੇ, ਆਪਣੇ ਸਿਆਸਤਦਾਨ ਪਾਰਟੀਆਂ ਨੇ, ਸਾਡੇ ਮੀਡੀਆ ਨੇ, ਸਾਡੇ ਵਿਕਣ ਵਾਲੇ ਲੋਕਾਂ ਨੇ ਪੰਜਾਬ ਦਾ ਤੇ ਹਿੰਦੁਸਤਾਨ ਦਾ ਬੇੜਾ ਗਰਕ ਕੀਤਾ। ਸਰ ਬੇੜੇ ਗਰਕ ਤੋਂ ਅੱਗੇ ਕੋਈ ਲਫ਼ਜ਼ ਹੈ ਨਹੀਂ। ਹਾਂਜੀ ਸਰ ਤੁਸੀਂ ਨੇ ਲੀਡਰਸ ਦਾ ਕਿਹਾ ਕਿ ਦੋਸ਼ੀ, ਸੌਰੀ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਮੈਨੂੰ ਡਰ ਕੀ ਹੈ ਕਿ ਅਪਰਾਈਜ਼ਿੰਗ ਹੋ ਰਹੀ ਹੈ। ਤੁਸੀਂ ਦੇਖੋ ਹੁਣ ਸ਼ਹਿਰਾਂ ਦੇ ਵਿੱਚ ਪੜ੍ਹੇ ਲਿਖੇ ਲੋਕ ਕਿਸਾਨਾਂ ਦੇ ਨਾਲ ਤੁਰ ਪਏ, ਬੱਚੇ ਖੜੇ। ਜੇ ਕਿਤੇ ਸਾਰਾ ਦੇਸ਼ ਖੜਾ ਹੋ ਗਿਆ ਔਰ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਸਿਵਲ ਵਾਰ ਹੋਈ ਤਾਂ ਬੇਟਾ ਜੀ ਆਪਾਂ ਤਿਆਰ ਨਹੀਂ ਆ ਵੀ ਕੱਲ੍ਹ ਨੂੰ ਸਿਵਲ ਵਾਰ ਨੂੰ ਆਪਾਂ ਸਹਿ ਸਕੀਏ। ਮੈਂ ਪ੍ਰਮਾਤਮਾ ਨੂੰ ਕਹਿਣਾ, ਮਹਾਰਾਜ ਇੱਥੇ ਸਿਵਲ ਵਾਰ ਨਹੀਂ ਹੋਣੀ ਚਾਹੀਦੀ। ਜੇ ਕਦੇ ਹੋਈ ਤਾਂ ਇਹ ਦੇਸ਼ ਜਿਹੜਾ ਇਹ ਹੰਝੂਆਂ 'ਚ ਡੁੱਬ ਜੂਗਾ ਹਮੇਸ਼ਾ ਹਮੇਸ਼ਾ ਲਈ। ਪੁੱਛੋ ਕੀ ਸਰ ਤੁਸੀਂ ਨੇ ਲੀਡਰਸ ਦੀ ਗੱਲ ਕੀਤੀ ਕਿ ਜੋ ਅੱਜ ਦੇਸ਼ ਦੀ ਸਥਿਤੀ ਸਿਰਫ ਲੀਡਰਸ ਕਰਕੇ ਆ। ਕਿਸੇ ਵੀ ਦੇਸ਼ ਨੂੰ ਜਾਂ ਕਿਸੇ ਵੀ ਇੱਕ ਟੀਮ ਨੂੰ ਚਲਾਉਣ ਦੇ ਲਈ ਲੀਡਰ ਦੀ ਲੋੜ ਤਾਂ ਜ਼ਰੂਰ ਹੁੰਦੀ ਆ। ਤਾਂ ਫਿਰ ਲੀਡਰ ਆਪਾਂ ਭਰੋਸਾ ਕਿਸ ਲੀਡਰ ਤੇ ਕਰੀਏ, ਕਿਸ ਇਨਸਾਨ ਤੇ ਭਰੋਸਾ ਕਰੀਏ ਲੀਡ ਕਰਨ ਦੇ ਲਈ? ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਲੀਡਰ ਕੈਸੇ ਹੋਏ ਜਿਹੜੇ ਚਲਾਉਣ ਵਾਲੇ ਸੀ। ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਜਨਰਲ ਜ਼ੋਰਾਵਰ ਸਿੰਘ, ਜਨਰਲ ਮੋਹਕਮ ਸਿੰਘ, ਮਹਾਰਾਜਾ ਰਣਜੀਤ ਸਿੰਘ ਆਪ, ਫਰੈਂਚ ਲੀਡਰ, ਸਪੈਨਿਸ਼ ਲੀਡਰ, ਉਹ ਸਾਰੇ ਪਾਰਲੀਮੈਂਟ ਦੇ ਵਿੱਚ ਬਹਿੰਦੇ ਸੀ। ਤੁਹਾਨੂੰ ਸ਼ਾਇਦ ਇਸ ਗੱਲ ਦਾ ਨਾ ਪਤਾ ਹੋਵੇ ਕਿ ਪੰਜਾਬ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਸੀਗਾ, ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਪੜ੍ਹੇ ਲਿਖੇ ਸੀ। ਉਹ ਸਾਰਾ ਐਜੂਕੇਸ਼ਨ ਸਿਸਟਮ ਗੋਰੇ ਲੈ ਗਏ ਸਾਤੋਂ ਵੀ ਇਹਨਾਂ ਨੂੰ ਅਨਪੜ੍ਹ ਕਰ ਦਿਓ। ਸਾਡੇ ਦੇਸ਼ ਦੇ ਵਿੱਚ ਸਿਰਫ ਇੱਕੋ ਹੀ ਕਮੀ ਰਹੀ। ਮਹਾਰਾਜਾ ਰਣਜੀਤ ਸਿੰਘ ਬਹੁਤ ਵੱਡਾ ਲੀਡਰ ਸੀ, ਬਹੁਤ ਵੱਡਾ ਸਿਆਸਤਦਾਨ ਸੀ, ਬਹੁਤ ਵੱਡਾ ਰਾਜਾ ਸੀ, ਲੇਕਿਨ ਉਹਨੇ ਦੂਸਰਾ ਰਾਜਾ ਪੈਦਾ ਨਹੀਂ ਕੀਤਾ, ਦੂਸਰਾ ਲੀਡਰ ਪੈਦਾ ਨਹੀਂ ਕੀਤਾ। ਜਿਸ ਤਰ੍ਹਾਂ ਇੱਕ ਬਾਪ ਆਪਣੇ ਬੱਚੇ ਨੂੰ ਤਿਆਰ ਕਰਦਾ ਹੈ ਕਿ ਭਾਈ ਮੇਰੇ ਤੋਂ ਬਾਅਦ ਇਹ ਆਊਗਾ, ਜਾਂ ਉਹਨੂੰ ਤਿਆਰ ਕਰਦਾ ਹੈ ਜਿਹੜਾ ਉਹਦੇ ਕਾਬਿਲ ਹੁੰਦਾ। ਅਸੀਂ ਇਹੀ ਕੰਮ 'ਚ ਰਹਿ ਗਏ। ਅੱਜ ਮੈਂ ਪ੍ਰਧਾਨ ਮੰਤਰੀ ਹਾਂ, ਅੱਜ ਮੈਂ CM ਹਾਂ, ਕੱਲ੍ਹ ਨੂੰ ਮੇਰਾ ਮੁੰਡਾ, ਕੱਲ੍ਹ ਨੂੰ ਮੇਰਾ ਪੋਤਾ, ਕੱਲ੍ਹ ਨੂੰ ਮੇਰੀ ਪੋਤੀ, ਕੱਲ੍ਹ ਨੂੰ ਮੇਰੀ ਧੀ, ਕੱਲ੍ਹ ਨੂੰ ਮੇਰਾ ਚਾਚਾ, ਮੇਰਾ ਮਾਮਾ, ਫੁੱਫੜ ਠੇਕਾ ਲਿਆ। ਇਹ ਚੀਜ਼ਾਂ ਨੇ ਸਾਨੂੰ ਮਾਰਿਆ। ਮੈਂ ਸਮਝਦਾ ਕਿ ਜੇ ਤੁਸੀਂ 5 ਸਾਲ ਇਲੈਕਸ਼ਨ ਲੜਨੀ ਹੈ ਨਾ ਜਿਸ ਪਰਿਵਾਰ ਨੇ, ਉਸ ਤੋਂ ਬਾਅਦ ਚਲੋ ਬਈ ਘਰ ਆਪਣੇ, ਜਿੱਦਾਂ ਅਮਰੀਕਾ 'ਚ ਹੁੰਦਾ 2 ਟਰਮਾਂ ਹੁੰਦੀਆਂ, ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ। ਸੋ ਮੈਂ ਸਮਝਦਾ ਜਿਹੜੀਆਂ ਜਗੀਰਾਂ ਬਣਾਈਆਂ ਹੋਈਆਂ ਸਾਰੇ ਸਿਆਸਤਦਾਨਾਂ ਨੇ, ਇਸੇ ਕਰਕੇ ਅੱਜ ਪੰਜਾਬ ਹੰਝੂਆਂ ਖੂਨ ਦੇ ਹੰਝੂ ਰੋਂਦਾ ਹੈ, ਹਿੰਦੁਸਤਾਨ ਅੱਜ ਖੂਨ ਦੇ ਹੰਝੂ ਰੋਂਦਾ ਹੈ। ਕਿਉਂਕਿ ਜਿਹੜਾ ਵੀ ਲੀਡਰ ਆਇਆ, ਜਿਹੜੀ ਵੀ ਪਾਰਟੀ ਹੈ, ਉਹਨੇ ਲੁੱਟ ਖੋਹ ਅਹਿਮਦ ਸ਼ਾਹ ਅਬਦਾਲੀ ਵਾਂਗੂ ਆਪਣੇ ਖਜ਼ਾਨੇ ਭਰੇ। ਲੋਕ ਮਰ ਰਹੇ ਆ, ਕੋਈ ਫਿਕਰ ਨਹੀਂ। ਤੁਸੀਂ ਰੋਟੀ ਖਾਧੀ ਹੈ ਨਹੀਂ ਖਾਧੀ, ਕੋਈ ਫਿਕਰ ਨਹੀਂ। ਇਹ ਭਾਈ ਸਾਹਿਬ ਦੇ ਤਨ 'ਤੇ ਕੱਪੜੇ ਹੈਗੇ, ਕੋਈ ਫਿਕਰ ਨਹੀਂ। ਇਹਦਾ ਕੁਝ ਘਰ ਦੇ ਵਿੱਚ 4 ਦਾਣੇ ਹੈਗੇ, ਕੋਈ ਫਿਕਰ ਨਹੀਂ। ਅਸੀਂ ਕੀ ਲੈਣਾ, ਸਾਡਾ ਘਰ ਠੀਕ ਚੱਲਣਾ ਚਾਹੀਦਾ। ਤਾਂ ਜਦ ਤੁਸੀਂ ਹਮੇਸ਼ਾ ਆਪਣੇ ਬਾਰੇ ਸੋਚੋਗੇ ਨਾ, ਆਪਣੇ ਬਾਰੇ ਕਰੋਗੇ, ਤਾਂ ਫਿਰ ਜ਼ਿੰਦਗੀ 'ਚ ਕਦੇ ਤੁਸੀਂ ਦੂਜੀ ਤਰੱਕੀ ਨਹੀਂ ਕਰ ਸਕਦੇ। ਦੂਜੀ ਤਰੱਕੀ ਤਾਂ ਹੋਊਗੀ ਜੇ ਮਹਾਰਾਜਾ ਰਣਜੀਤ ਸਿੰਘ ਵਾਂਗੂ ਭੇਸ ਬਦਲ ਕੇ ਰਾਤ ਨੂੰ ਜਾਓਗੇ ਕਿ ਮੇਰੀ ਪ੍ਰਜਾ ਸਾਰੀ ਸੁਖੀ ਹੈ, ਰੋਟੀ ਖਾਧੀ, ਇਹ ਸਭ ਖੁਸ਼ ਨੇ, ਤਾਂ ਉਹ ਰਾਤ ਨੂੰ ਜਾ ਕੇ ਸੌਂਦਾ ਸੀ। ਸੋ ਇਸ ਤਰ੍ਹਾਂ ਦੇ ਰਾਜੇ ਹੋਣੇ ਚਾਹੀਦੇ ਆ ਜੀ। ਸਰ ਗੱਲ ਕਰੀ ਗੱਲ ਹੋਰ ਗਲਤੀ ਸੀਗਾ ਲੀਡਰ ਦੀ। ਤੁਹਾਡਾ ਜਵਾਬ ਰਹਿ ਗਿਆ ਵੀ ਕਿਹੜਾ ਲੀਡਰ ਹੈ। ਭਰੋਸਾ ਕਿਸ ਤੇ ਕਰਨਾ? ਨਵਜੋਤ ਸਿੰਘ ਸਿੱਧੂ ਤੋਂ ਵੱਡਾ ਲੀਡਰ ਕੌਣ ਹੈ? ਸਿੱਧੂ ਸਾਹਿਬ ਚੁੱਪ ਬੈਠੇ ਨੇ, ਸਿੱਧੂ ਸਾਹਿਬ ਚੁੱਪ ਬੈਠੇ ਨੇ। ਤੁਸੀਂ ਉਹ ਚੁੱਪ ਬੈਠਾ ਜਾਂ ਮੌਨ ਵਰਤ ਬੈਠਾ, ਉਹ ਛੱਡੋ। ਮੈਂ ਕਹਿੰਦਾ ਹਰੀ ਸਿੰਘ ਨਲੂਆ ਬਹੁਤ ਵੱਡਾ ਲੀਡਰ ਸੀ। ਮੈਂ ਅੱਜ ਵੀ ਠੋਕ ਵਜਾ ਕੇ ਕਹਿੰਦਾ ਨਵਜੋਤ ਸਿੰਘ ਸਿੱਧੂ ਦੇ ਮੈਂ ਘਰ ਵੀ ਜਾਇਆ। ਮੇਰੇ ਉਹ ਪੁੱਤਾਂ ਵਰਗਾ ਦਾ ਵਿਆਹ ਮੇਰੇ ਹੱਥੀਂ ਹੋਇਆ, ਸਾਰਾ ਕੁਝ ਮੇਰਾ ਜ਼ੋਰ ਵੀ ਉਹਦੇ ਤੇ। ਮੈਂ ਅੱਜ ਵੀ ਕਹਿੰਦਾ ਜੇ ਕਿਤੇ ਉਹ ਤੁਰ ਪਏ ਅੱਗੇ, ਬਾਕੀ ਤਾਂ ਰੱਬ ਨੇ ਖੁਦਾ ਜਾਣਦਾ, ਅੱਜ ਵੀ ਉਹ ਆਪਣੀ ਪਾਰਟੀ ਬਣਾ ਲੇ ਜਾਂ ਪਾਰਟੀ 'ਚ ਰਹਿ ਕੇ CM ਪੰਜਾਬ ਦਾ ਉਹ ਬਣੂਗਾ ਆਉਣ ਵਾਲੇ ਟਾਈਮ 'ਚ। ਜੇ ਉਹ CM ਬਣਿਆ, ਉਹ ਲੀਡਰ ਬਣਿਆ, ਤਾਂ ਪੰਜਾਬ ਦੀ ਧਰਤੀ 'ਤੇ ਨਵਾਂ ਸੂਰਜ ਚੜ੍ਹੂਗਾ। ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ। ਤੁਸੀਂ ਸਿੱਧੂ ਸਾਹਿਬ ਦੀ ਗੱਲ ਕਰੀ, ਤੁਸੀਂ ਉਹਨਾਂ ਦੇ ਨਾਲ ਡਿਸਕਸ ਵੀ ਕੀਤਾ ਹੋਣਾ ਕਿਸਾਨੀ ਸੰਘਰਸ਼ ਦੇ ਬਾਬਤ ਜ਼ਰੂਰ। ਸਰ ਉਹ ਅੱਜ ਦੇ ਟਾਈਮ ਦੇ ਵਿੱਚ ਉਨੇ ਐਕਟਿਵ ਨਹੀਂ, ਉਹ ਚੁੱਪ ਬੈਠੇ ਨੇ। ਕੀ ਕਾਰਨ ਹੋ ਸਕਦਾ ਇਹਦਾ? ਤੁਸੀਂ ਉਹਨਾਂ ਨੂੰ ਨੇੜੇ ਤੋਂ ਸਮਝਦੇ ਹੋ। ਇੱਕ ਬਾਪ ਆਪਣੇ ਬੱਚੇ ਕੋਲ ਜਦੋਂ ਵੱਡਾ ਹੋ ਜਾਏ ਨਾ, ਐਡੇ ਅਹੁਦੇ 'ਤੇ ਚਲਾ ਜਾਵੇ, ਜਿਵੇਂ UV ਹੈ ਜਾਂ ਨਵਜੋਤ ਹੈ, ਤਾਂ ਚਿੱਟੀ ਦਾੜੀ ਵਾਲਾ ਜਾ ਕੇ ਕੀ ਕਹਿ ਸਕਦਾ?
ਨਹੀਂ, ਇੱਕ ਬਾਪ ਦਾ ਫਰਜ਼ ਤਾਂ ਹੁੰਦਾ ਨਾ ਕਿ ਬੱਚੇ ਨੂੰ ਪੁੱਛੇ ਕਿ ਤੁਸੀਂ ਲੈ ਗੱਲ ਮੇਰੀ ਕਾਕਾ। ਹਾਂਜੀ ਸਰ। ਇਹ ਜਾ ਕੇ ਕੀ ਕਹਿ ਸਕਦਾ ਵੀ ਕਾਕਾ ਇਸ ਤਰ੍ਹਾਂ ਹੈ, ਅੱਜ ਪੰਜਾਬ ਨੂੰ ਤੁਹਾਡੀ ਲੋੜ ਹੈ, ਦੇਸ਼ ਨੂੰ ਤੁਹਾਡੀ ਲੋੜ ਹੈ। ਅਗਲਾ ਮੈਨੂੰ ਕਹਿ ਦੇ ਬਾਪੂ ਤੈਂ ਦੱਸ ਕੀ ਲੈਣਾ, ਤੇਰਾ ਕੰਮ ਹੋ ਗਿਆ, ਸਾਨੂੰ ਜੀ ਲੈਣ ਦੇ ਕਿਉਂ ਮਰਵਾਉਣਾ। ਜੇ ਅੱਗੋਂ ਇਹ ਜਵਾਬ ਆ ਜੇ ਤਾਂ ਫਿਰ ਬਾਪ ਕਹਿੰਦਾ ਇਸ ਤਰ੍ਹਾਂ ਮਰ ਤਾਂ ਸਭ ਨਹੀਂ ਜਾਣਾ, ਮਰ ਤਾਂ ਬੰਦਾ ਬਾਥਰੂਮ 'ਚੋਂ ਡਿੱਗ ਕੇ ਵੀ ਮਰ ਜਾਂਦਾ, ਪਰ ਜਿਹੜਾ ਗੁਰੂਆਂ ਪੀਰਾਂ ਦੇ ਹੁਕਮ ਨਾਲ ਆਪਣੀ ਧਰਤੀ ਮਾਂ ਤੇ ਆਪਣੇ ਦੇਸ਼ ਦੀ ਸੇਵਾ ਕਰਦਾ, ਉਹ ਮਰਨ ਤੋਂ ਬਾਅਦ ਵੀ ਜਿਹੜਾ ਹੈ ਰੱਬ ਕੋਲ ਸੱਚਖੰਡ 'ਚ ਰਹਿੰਦਾ, ਸੁਖੀ ਹੈ। ਸੋ ਮੈਂ ਗੱਲ ਨਵਜੋਤ ਨਾਲ ਕੀਤੀ ਸੀ ਤੇ ਉਹਨੇ ਮੈਨੂੰ ਕਿਹਾ ਵੀ ਯੋਗ ਭਾ ਅਜੇ ਟਾਈਮ ਦੇਖੋ ਆ ਲੈਣ ਦਿਓ ਕੀ ਕਰਦੇ, ਕਿਉਂਕਿ ਜ਼ਿਆਦਾ ਸਿਆਣਾ ਸਿਆਸਤ ਰਿਹਾ, ਮੈਂ ਤਾਂ ਸਿਆਸਤਦਾਨ ਹੈ ਨਹੀਂ, ਮੈਨੂੰ ਤਾਂ ABC ਨਹੀਂ ਆਉਂਦੀ, ਮੈਂ ਤਾਂ ਹੋਕਾ ਦਿੰਦਾ ਫਿਰਦਾ ਗੁਰੂ ਮਹਾਰਾਜ ਦਾ ਵੀ ਜਾਗਤੇ ਰਹੋ, ਚੋਰ ਡਾਕੂ ਪੈ ਜਾਣਗੇ, ਦੇਖੋ ਮੈਂ ਤਾਂ ਇਹ ਕਰਦਾ ਫਿਰਦਾ। ਹੁਣ UV ਵਰਗੇ, ਹਰਭਜਨ ਵਰਗੇ, ਨਵਜੋਤ ਸਿੰਘ ਸਿੱਧੂ ਵਰਗੇ, ਪ੍ਰਗਟ ਸਿੰਘ ਵਰਗੇ, ਕਿੰਨੇ ਹੋਰ ਗਣਾਵਾਂ ਤੁਹਾਨੂੰ, ਜੇ ਸਾਰੇ ਜਰਨੈਲ ਇਕੱਠੇ ਹੋ ਕੇ ਇਹ ਸੋਚ ਕੇ ਕਰਨ ਕਿ ਨਵਜੋਤ ਸਿੰਘ ਸਿੱਧੂ ਤੂੰ ਸਾਡਾ ਲੀਡਰ ਹੈ, ਅਸੀਂ ਸਾਰਾ ਤੇਰੇ ਨਾਲ ਆ, ਸਾਰਾ ਪੰਜਾਬ ਉਹਦੇ ਮਗਰ ਤੁਰ ਪਊਗੇ, ਤੁਹਾਨੂੰ ਵੀ ਪਤਾ ਅੱਜ ਦੀ ਡੇਟ 'ਚ, ਠੀਕ ਹੈ। ਔਰ ਜੇ ਉਹ ਕੰਮ ਕਰ ਲੇ, ਕਰਨਾ ਮਹਾਰਾਜ ਨੇ, ਮੈਂ ਤਾਂ ਕਰਾ ਨਹੀਂ ਸਕਦਾ, ਹਾਂ ਮੈਂ ਧੱਕਾ ਕਰ ਸਕਦਾ, ਹੋ ਸਕਦਾ ਮੈਨੂੰ ਕੱਲ੍ਹ ਕਹਿ ਦੇਣ ਬਈ ਚਲੋ ਬਾਪੂ ਬਾਹਰ, ਹੋ ਸਕਦਾ ਇੱਦਾਂ ਵੀ ਹੋ ਜੇ, ਪਰ ਮੈਂ ਅੱਜ ਵਕਤ ਆਇਆ ਨਹੀਂ। ਸੋ ਮੈਂ ਸਮਝਦਾ ਉਹਨਾਂ ਨੂੰ ਆਪਣੇ ਆਪ 'ਤੇ ਬੜਾ ਬੋਝ ਹੈ, ਉਹਨਾਂ ਨੂੰ ਪਤਾ ਕਿਹੜੀ ਗੱਲ ਕਿਹੜੇ ਟਾਈਮ ਕਰਨੀ ਹੈ, ਸ਼ਾਇਦ ਉਹ ਇੱਕ ਠੀਕ ਟਾਈਮ ਵਾਸਤੇ ਵੇਟ ਕਰ ਰਿਹਾ। ਸਰ, ਕਿਸਾਨੀ ਸੰਘਰਸ਼ 'ਤੇ ਆਪਾਂ ਗੱਲ ਕਰੀਏ, ਕਿਆਸਰਾਈਆਂ ਇਹ ਵੀ ਲੱਗ ਰਹੀਆਂ ਨੇ ਕਿ ਕੱਲ੍ਹ ਨੂੰ ਹੋ ਸਕਦਾ ਕਿਸਾਨੀ ਸੰਘਰਸ਼ ਦੇ ਵਿੱਚੋਂ ਕੋਈ ਕਿਸਾਨੀ ਪਾਰਟੀ ਜਿਹੜੀ ਨਿਕਲ ਜਾਵੇ। ਕੀ ਇਹ ਸਹੀ ਫੈਸਲਾ ਹੋਊਗਾ ਕਿਸਾਨ ਯੂਨੀਅਨਸ ਦਾ, ਜਾਂ ਉੱਥੇ ਬੈਠੇ ਲੋਕਾਂ ਨਾਲ ਇਹ ਇਨਸਾਫ ਹੋਊਗਾ ਜੇ ਕਿਸਾਨੀ ਪਾਰਟੀ ਨਿਕਲਦੀ ਹੈ, ਕੋਈ ਇਲੈਕਸ਼ਨ ਲੜਦੇ ਨੇ 2022 ਦੀ? ਦੇਖੋ ਬਹੁਤ ਚੰਗੀ ਗੱਲ ਹੈ ਜੇ ਕਿਸਾਨ ਜਥੇਬੰਦੀਆਂ ਜਿਹੜੇ ਆਗੂ ਨੇ 31-32 ਨੇ, ਮੈਂ ਹਾਂ ਉਹ 32 ਲੀਡਰ ਤਾਂ ਹੈਗੇ ਆ ਤੁਹਾਡੇ ਕੋਲ, ਤੁਸੀਂ ਹੋਰ ਪੰਜਾਬ 'ਚੋਂ ਮਾਜ਼ਬ ਲੋਕ ਜਿਨ੍ਹਾਂ ਦੇ ਮੈਂ ਨਾਂ ਲਏ ਆ, ਸਾਰੀਆਂ ਪਾਰਟੀਆਂ ਜਿਹੜੀ ਦੂਜੀਆਂ ਇਕੱਠੀਆਂ ਹੋ ਕੇ, ਚੰਗੇ ਲੋਕ, ਰੱਜੇ ਲੋਕ। ਅੰਗਰੇਜ਼ਾਂ ਨੇ ਰਾਜ ਕਿਉਂ ਕੀਤਾ? 1.5 ਲੱਖ ਬੰਦਾ 200 ਸਾਲ ਦੇਸ਼ 'ਤੇ ਰਾਜ ਕਰ ਗਿਆ, 2 ਰਾਜਧਾਨੀਆਂ ਬਣਾ ਕੇ, ਇੱਕ ਸ਼ਿਮਲੇ ਦੀ, ਇੱਕ ਦਿੱਲੀ ਦੀ। ਸਰਦੀਆਂ ਦੇ ਵਿੱਚ ਦਿੱਲੀ, ਗਰਮੀਆਂ ਦੇ ਵਿੱਚ ਸ਼ਿਮਲਾ। ਇਸ ਕਰਕੇ ਕਿ ਉਹਨਾਂ ਨੇ ਖਾਨਦਾਨੀ ਬੰਦੇ ਨੂੰ ਨੌਕਰੀ ਦਿੱਤੀ ਹੈ। ਮੈਂ ਤੁਹਾਨੂੰ ਆਪਣੇ ਫਾਦਰ ਸਾਹਿਬ ਦੀ ਗੱਲ ਦੱਸਦਾ। ਮੇਰੇ ਫਾਦਰ SP ਰਹੇ ਪੈਪਸੂ ਪੁਲਿਸ ਅੰਗਰੇਜ਼ਾਂ ਦੇ ਵਕਤ, ਸਰਦਾਰ ਭਾਗ ਸਿੰਘ ਭੰਡਾਲ। ਚਲੋ ਸਿੰਘ ਲੱਗ ਗਿਆ ਤਾਂ ਅੱਗੇ ਗੋਤ ਨਹੀਂ ਲਾਉਣਾ ਚਾਹੀਦਾ, ਮੈਂ ਲਾਉਂਦਾ ਨਹੀਂ ਬੇਸਿਕਲੀ, ਪਰ ਜਸਟ ਇਨਫੋਰਮੇਸ਼ਨ ਵਾਸਤੇ ਦੱਸ। ਉਹ ਮੈਨੂੰ ਕਹਿੰਦੇ ਜਦ ਮੈਂ ਗਿਆ ਤਾਂ ਮੈਨੂੰ ਵਾਇਸਰਾਏ ਤੇ ਨਾਲ 4 ਬੰਦੇ ਹੋਰ ਬੈਠੇ, ਉਹਨਾਂ ਨੇ ਪੁੱਛਿਆ ਭਾਈ ਤੇਰਾ ਨਾਂ ਕੀ ਹੈ? ਫਲਾਨਾ। ਤੇਰੇ ਪਿਓ ਦਾ ਨਾਂ ਕੀ ਹੈ? ਫਲਾਨਾ। ਤੇਰੇ ਦਾਦੇ ਦਾ ਨਾਂ ਕੀ ਹੈ? ਫਲਾਨਾ। ਤੇਰੇ ਪੜਦਾਦੇ ਦਾ ਨਾਂ ਕੀ ਹੈ? ਅਤੇ ਮੈਂ ਸੋਚਿਆ ਇਹ ਮੇਰੀ ਪੁਸ਼ਤ ਗਿਣਨ ਲੱਗ ਗਏ ਬਈ, ਕਹਿੰਦਾ 7 ਪੁਸ਼ਤਾਂ 8 ਪੁਸ਼ਤਾਂ ਗਿਣਾ ਦੀ। ਅਸੀਂ ਮਤਲਬ ਬਹੁਤ ਵੱਡੀ ਪੁਸ਼ਤ ਤੋਂ, ਜਿੱਥੇ ਲੋਕ ਮਹਾਰਾਜ ਨਾਲ ਲੜਦੇ ਰਹੇ, ਕੁਰਬਾਨ ਵੀ ਹੋਏ, ਭਾਈ ਜੋਗਾ ਸਿੰਘ ਹੋਣਾ ਦੇ, ਬਾਬਾ ਖੜਕ ਸਿੰਘ ਉਹਨਾਂ ਦੇ ਖਾਨਦਾਨ ਜੀ। ਅੱਛਾ, ਉਹ ਕਹਿੰਦੇ ਠੀਕ ਹੈ ਅਸੀਂ ਹਮ ਆਪਕੇ ਗਾँव ਆ ਰਹੇ। ਉਹ ਜੀ ਪਿੰਡ ਆ ਗਏ ਜੀ ਅੰਗਰੇਜ਼, ਇਕੱਠੇ ਹੋ ਕੇ ਦੇਖਿਆ, ਉਹਨਾਂ ਨੇ ਮਿਲੇ ਸਭ ਨੂੰ, ਉਹਨੂੰ ਕਹਿੰਦੇ ਹਾਲੇ ਵੀ ਅੱਜ ਤੋਂ ਬਾਅਦ ਤੂੰ SP ਪੈਪਸੂ ਪੁਲਿਸ। ਔਰ ਉਦੋਂ ਪੈਪਸੂ ਪੁਲਿਸ ਇਹੋ ਜਿਹੀ ਜਿੱਡਾ ਵੱਡਾ ਪੰਜਾਬ ਵੱਡਾ ਪੈਪਸੂ ਹੁੰਦਾ ਸੀ। ਉਹਨੂੰ ਨੌਕਰੀ ਲਾਤਾ, ਉਹਨੂੰ ਪਤਾ ਸੀ ਖਾਨਦਾਨੀ ਬੰਦਾ ਰਿਸ਼ਵਤ ਨਹੀਂ ਖਾਊਗਾ, ਰੱਜਿਆ ਸਰਦਾਰ ਹੈ, ਇਹਨੂੰ ਪੈਸੇ ਦੀ ਕੋਈ ਲੋੜ ਨਹੀਂ। ਉਹ ਇਸੇ ਤਰ੍ਹਾਂ ਉਹ ਲੋਕਾਂ ਨੂੰ ਚੂਜ਼ ਕਰਦੇ ਸੀ ਵੀ ਆਹ ਫਲਾਨਾ ਬੰਦਾ ਹੈ, ਆਹ ਫਲਾਨਾ ਬੰਦਾ ਹੈ, ਫਲਾਨਾ ਬੰਦਾ ਹੈ, ਇਹ ਚੰਗੇ ਖਾਨਦਾਨ 'ਚੋਂ ਹੈ। ਔਰ ਜਿਹੜਾ ਖਾਨਦਾਨੀ ਰੱਜਿਆ ਬੰਦਾ ਹੋਊਗਾ ਨਾ, ਉਹ ਕਦੇ ਹੀ ਰਿਸ਼ਵਤਾਂ ਜਾਂ ਕਦੇ ਨੁਕਸਾਨ ਨਹੀਂ ਕਰੂਗਾ। ਲੇਕਿਨ ਅੱਜ ਦੀ ਡੇਟ ਦੇ ਵਿੱਚ ਤਾਂ ਖਾਨਦਾਨੀ ਬੰਦੇ ਪਹਿਲਾਂ ਕਰਪਟ ਨੇ, ਕਿਉਂਕਿ ਪੈਸਾ ਬਹੁਤ ਆ ਗਿਆ। ਸੋ ਮੈਂ ਸਮਝਦਾ ਕਿ ਹਮੇਸ਼ਾ ਹੀ ਇਹ ਲੋਕ ਜਿਹੜੇ ਇਕੱਠੇ ਹੋ ਕੇ, ਜਿਵੇਂ ਤੁਸੀਂ ਸਵਾਲ ਕੀਤਾ, ਜਥੇਬੰਦੀਆਂ, ਇਹ ਲੀਡਰ, ਹੋਰ ਅੱਛੇ ਵਰਗ ਦੇ ਪੰਜਾਬ ਦੇ ਲੋਕ, ਖਿਡਾਰੀ ਲੋਕ ਜਿਨ੍ਹਾਂ ਦਾ ਮੈਂ ਨਾਂ ਲਿਆ, ਇਹਨਾਂ ਨੂੰ ਇਕੱਠੇ ਕਰਕੇ ਆਪਣੀ ਇੱਕ ਪਾਰਟੀ ਬਣਾ ਕੇ ਇਹਨਾਂ ਨੂੰ ਇਲੈਕਸ਼ਨਾਂ ਲੜਨੀਆਂ ਚਾਹੀਦੀਆਂ, ਕਿਉਂਕਿ ਪੋਲੀਟੀਕਲ ਸਿਸਟਮ ਦੇ ਬਗੈਰ ਨਾ ਦੇਸ਼ ਚੱਲੇ ਨਾ ਸਟੇਟ ਚੱਲੇ। ਸੋ ਇਹ ਲੋਕ ਇਕੱਠੇ ਹੋ ਕੇ ਨਵੇਂ ਲੀਡਰ, ਨਵੀਆਂ ਗੱਲਾਂ, ਨਵਾਂ ਪੰਜਾਬ, ਮੈਂ ਸਮਝਦਾ ਆਉਣ ਵਾਲੇ 5-10 ਸਾਲਾਂ ਦੇ ਵਿੱਚ ਪੰਜਾਬ ਇੱਕ ਐਸੀ ਖੂਬਸੂਰਤ ਸਟੇਟ ਬਣੂਗਾ ਜਿਹਨੂੰ ਆਪਾਂ ਕਹਿ ਸਕਾਂਗੇ ਕਿ ਭਾਈ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ। ਸਰ, ਗੱਲ ਕਰੀਏ ਆਪਾਂ ਸੰਘਰਸ਼ ਤੋਂ ਪਹਿਲਾਂ ਦੀ, ਪੰਜਾਬ ਦੀ ਜਵਾਨੀ ਦੇ ਉੱਪਰ ਵੱਡੀਆਂ ਵੱਡੀਆਂ ਤੋਮਤਾਂ ਵੀ ਸਰਕਾਰਾਂ ਵੱਲੋਂ ਲੱਗਦੀਆਂ ਰਹੀਆਂ। ਨਸ਼ੇੜੀ ਤੱਕ ਕਿਹਾ ਗਿਆ, ਪੰਜਾਬ ਦੇ ਕਿਸਾਨ ਨੂੰ ਕਰਜ਼ਈ ਤੱਕ ਕਿਹਾ ਗਿਆ। ਕੀ ਇਸ ਅੰਦੋਲਨ ਦੀ ਯੋਗਰਾਜ ਸਿੰਘ ਜੀ ਇੰਨੀ ਪ੍ਰਾਪਤੀ ਦੇਖਦੇ ਨੇ ਕਿ ਆਪਣੇ ਤੇ ਲੱਗੇ ਉਹ ਧੱਬਾ ਧੋ ਦਿੱਤਾ? ਜਿਹੜੇ ਦੂਜਿਆਂ ਤੇ ਇਲਜ਼ਾਮ ਲਾਉਂਦੇ ਨੇ ਉਹ ਆਪ ਇਹੋ ਜਿਹੇ ਹੁੰਦੇ ਨੇ। ਚੋਰ ਨੂੰ ਚੋਰ ਨਜ਼ਰ ਆਉਂਦੇ ਸਾਰੇ, ਡਾਕੂ ਨੂੰ ਸਾਰੇ ਡਾਕੂ ਨਜ਼ਰ ਆਉਂਦੇ ਆ। ਪੰਜਾਬ ਦੇ ਬੰਦੇ ਨਸ਼ੇੜੀ ਹੈ, ਕਿਹਨੇ ਕਿਹਾ? ਸੈਂਟਰ ਸਰਕਾਰ ਨੇ, ਕਿਉਂਕਿ ਆਪ ਨਸ਼ੇੜੀ ਨੇ। ਪੰਜਾਬ ਦੇ ਲੋਕ ਕਰਪਟ ਨੇ, ਕਿਉਂਕਿ ਉਹ ਆਪ ਕਰਪਟ ਨੇ। ਪੰਜਾਬ ਦੇ ਲੋਕ ਖਾਲਿਸਤਾਨੀ ਨੇ, ਕਿਉਂਕਿ ਆਪ ਉਹ ਦੇਸ਼ ਧਰੋਹੀ ਨੇ।
ਜ਼ਿੰਦਗੀ ਦੇ ਵਿੱਚ ਜਿਹੜਾ ਬੰਦਾ ਕਿਸੇ ਤੇ ਇਲਜ਼ਾਮ ਲਾਉਂਦਾ ਹੈ, ਮੈਂ ਸਮਝਦਾ ਉਹ ਬਿਲਕੁਲ ਉਸੇ ਤਰ੍ਹਾਂ ਦਾ ਹੁੰਦਾ ਜਿਹੋ ਜਿਹਾ ਦੂਜੇ ਨੂੰ ਸੋਚ ਰਿਹਾ। ਮੈਂ ਪੰਜਾਬ 'ਚ ਰਿਹਾ, ਮੈਨੂੰ 48 ਸਾਲ ਹੋ ਗਏ ਸ਼ੂਟਿੰਗਾਂ ਕਰਦੇ। ਮੇਰੀ 65 ਸਾਲ ਦੀ ਜ਼ਿੰਦਗੀ ਪੰਜਾਬ 'ਚ ਨਿਕਲ ਗਈ। ਮੈਂ ਤਾਂ ਨਹੀਂ ਦੇਖਿਆ ਕਿਸੇ ਨੂੰ ਨਸ਼ੇ ਕਰਦੇ। ਹਾਂ, ਜੱਟ ਦੇਸੀ ਦਾਰੂ ਪੀ ਕੇ 2 ਪੈਗ ਜ਼ਰੂਰ ਸ਼ਾਮ ਨੂੰ ਲਾ ਲੈਂਦਾ, ਥੱਕਿਆ ਹੁੰਦਾ ਖੇਤ 'ਚ। ਝੋਨੇ ਟਾਈਮ ਮਾੜੀ ਮੋਟੀ ਫੀਮ ਫੂਮ ਖਾ ਲੈਂਦੇ ਲੋਕ ਹੈ, ਇੰਨਾ ਕੁ ਤਾਂ ਮੈਂ ਦੇਖਿਆ, ਤੁਹਾਨੂੰ ਵੀ ਪਤਾ ਇਸ ਗੱਲ ਦਾ। ਇਸ ਤੋਂ ਇਲਾਵਾ ਕੋਈ ਨਸ਼ਾ ਪੰਜਾਬ ਦੇ ਵਿੱਚ ਮੈਂ ਤਾਂ ਦੇਖਿਆ ਨਹੀਂ। ਇਹ ਸਿਰਫ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ। ਔਰ ਗੱਲ ਹੋਈ ਕੀ ਐਕਚੁਅਲੀ, ਜਦ ਪਾਰਟੀਸ਼ਨ ਹੋਈ ਸਾਰਿਆਂ ਨੇ ਇਹ ਤਈਆ ਕਰ ਲਿਆ ਵੀ ਤੂੰ ਚੱਲ ਕੈਨੇਡਾ, ਤੂੰ ਚੱਲ ਇੰਗਲੈਂਡ। ਪਹਿਲਾਂ ਲੋਕੀ ਇੰਗਲੈਂਡ ਬਹੁਤ ਜਾਂਦੇ ਹੁੰਦੇ ਸੀ, ਚੱਲ ਅਮਰੀਕਾ, ਚੱਲ ਆਸਟ੍ਰੇਲੀਆ। ਪਿਛਲੇ 72 ਸਾਲ 'ਚ ਕੁਝ ਨਹੀਂ ਹੋਇਆ, ਪੰਜਾਬ ਸਾਰਾ ਖਾਲੀ ਹੋ ਗਿਆ। ਪੰਜਾਬ ਦੀ ਜਿੰਨੀ ਜਵਾਨੀ ਸੀ ਸਾਰੀ ਬਾਹਰ ਚਲੀ ਗਈ। ਜਿਹੜਾ ਕਰੋੜਪਤੀ ਸੀ, ਅਰਬਪਤੀ ਸੀ, ਜਿਹਦੇ ਕੋਲ 100-100 ਕਿੱਲਾ 200-200 ਕਿੱਲਾ ਜ਼ਮੀਨ ਸੀ, 500-500 ਕਿੱਲਾ ਸੀ, ਉਹ ਵੀ ਬਾਹਰ ਚਲਾ ਗਿਆ। ਸਾਡੇ ਪਿੰਡ ਦੇ ਚਾਚੇ ਤਾਏ ਸਾਰੇ ਕੋਠੀਆਂ ਕਾਠੀਆਂ ਜ਼ਮੀਨਾਂ ਛੱਡ ਕੇ ਬਾਹਰ ਚਲੇ ਗਏ। ਉੱਥੇ ਧੱਕੇ ਖਾਂਦੇ ਅੰਗਰੇਜ਼ਾਂ ਦੇ ਸਾਲੇ। ਮੈਂ ਹੁਣ ਕੀ ਆਖਾਂ, ਬਾਥਰੂਮ ਵੀ ਸਾਫ਼ ਕਰਤੇ, ਝਾੜੂ ਵੀ ਮਾਰਦੇ, ਟੈਕਸੀਆਂ ਵੀ ਚਲਾਉਂਦੇ, ਰੋਟੀਆਂ ਵੀ ਬਣਾਉਂਦੇ ਆ, ਅਤੇ ਉਹ ਡਾਲਰਾਂ ਨੂੰ ਫੋਟੋ ਖਿਚਾ ਕੇ ਕਾਰ ਦੇ ਮੂਹਰੇ ਭੇਜਣਗੇ, ਅੱਜ ਤਾਂ ਬਹੁਤ ਪ੍ਰਾਪਤੀ ਕਰ ਲਈ। ਇਹ ਪੰਜਾਬ ਦੀ ਧਰਤੀ ਅੱਜ ਜਿੱਥੇ ਬੈਠੇ ਆਪਾਂ, ਇਹਦਾ ਵਾਲੀ ਵਾਰਸ ਕੋਈ ਨਹੀਂ ਰਿਹਾ। ਮੇਰੇ ਵਰਗੇ ਬੁੱਢੇ ਹੋ ਗਏ, 10 ਸਾਲ ਮੈਂ ਹੋਰ ਮਰ ਲੂੰਗਾ, ਠੀਕ ਹੈ। ਲੇਕਿਨ ਮੈਂ ਉਹ NRI ਨੂੰ ਕਿਹਾ ਵੀ ਹੁਣ ਟਾਈਮ ਹੈ, ਤੁਸੀਂ ਉੱਥੇ ਵੀ ਰਹੋ, ਇੱਥੇ ਵੀ ਰਹੋ, ਆਪਦੇ ਘਰ ਨੂੰ ਸੁਣਨਾ ਨਹੀਂ ਛੱਡੀਦਾ। ਜਦ ਤੁਸੀਂ ਆਪਦੇ ਘਰ ਨੂੰ ਸੁਣਨਾ ਛੱਡੋਗੇ, ਤੁਹਾਡੇ ਘਰ ਦੇ ਵਿੱਚ ਆ ਕੇ ਕਬੂਤਰ ਆਲਣੇ ਪਾ ਲੈਣਗੇ, ਚਮਗਿੱਦੜ ਆ ਜਾਣਗੀਆਂ, ਚਿੜੀਆਂ ਰਹਿਣ ਲੱਗ ਜਾਣਗੀਆਂ, ਉਹ ਵੀਰਾਨ ਹੋ ਜੂ, ਖੰਡਰਾਤ ਬਣ ਜੂਗੀ। ਪੰਜਾਬ ਨੂੰ ਅੱਜ ਖੰਡਰਾਤ ਬਣਾਤਾ, ਜਿਹੜੇ ਇੱਥੋਂ ਦੇ ਲੋਕ ਛੱਡ ਕੇ ਬਾਹਰ ਚਲੇ ਗਏ। ਪਰ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਭਾਈ ਹੁਣ ਸਮਾਂ ਹਿੱਕ 'ਚ ਵਰਛਾ ਕੱਢਿਆ ਹੋਇਆ, ਤੁਸੀਂ ਆ ਕੇ ਇਸ ਅੰਦੋਲਨ ਨੂੰ ਯੋਗਦਾਨ ਦਿਓ। ਕੱਲ੍ਹ ਨੂੰ ਪੋਲੀਟੀਕਲ ਸਿਸਟਮ ਬੜੇ ਇਲੈਕਸ਼ਨਾਂ ਵੀ ਆਉਣ, ਪੈਸਾ ਨਹੀਂ ਦੇਣਾ ਕਿਸੇ ਲੀਡਰ ਨੂੰ ਜਾਂ ਕਿਸੇ ਪਾਰਟੀ ਨੂੰ, ਆਪ ਆ ਕੇ ਖਰਚੋ, ਆਪ ਦੇਖੋ ਕਿਹੜਾ ਬੰਦਾ ਕੰਮ ਕਰਨ ਵਾਲਾ। ਘੁੱਗੀ ਆ, ਜਿਵੇਂ ਗੁਰਪ੍ਰੀਤ ਘੁੱਗੀ, ਮੈਂ ਬੜਾ ਸਿਆਣਾ ਬੰਦਾ ਹੈ ਜੀ, ਗੁੱਗੂ ਗਿੱਲ ਵਰਗੇ, ਕਰਨਵੀਰ ਕੰਗ ਵਰਗੇ ਜਿਹੜੇ ਕੱਢੇ ਹੋਏ ਨੇ ਹੈ ਜੀ, ਇਹ ਲੋਕ, ਇਹ ਸਾਰੇ ਹੀ ਯੋਧੇ ਇਕੱਠੇ ਹੋ ਗਏ, ਸਿਧਾਨੇ ਵਰਗੇ, ਦੀਪ ਸਿੱਧੂ ਵਰਗੇ, ਇੱਕ ਮਿੰਟ, ਇਹ ਸਾਰੇ ਹੀ ਬੰਦੇ ਜਿਨ੍ਹਾਂ ਨੇ ਇੰਨਾ ਕੰਮ ਕੀਤਾ ਅੰਦੋਲਨ 'ਚ, ਇਹਨਾਂ ਨੂੰ ਆ ਕੇ ਰਾਜ ਸੰਭਾਲਣਾ ਚਾਹੀਦਾ। ਯੋਗਰਾਜ ਸਿੰਘ ਬਾਰੇ ਪੁੱਛੋਗੇ, ਮੈਂ ਬਿਲਕੁਲ ਰਾਜਨੀਤੀ 'ਚ ਨਹੀਂ ਜਾਣਾ, ਨਾ ਮੈਨੂੰ ਰਾਜਨੀਤੀ ਚੰਗੀ ਲੱਗਦੀ ਹੈ। ਹਾਂ, ਮੈਂ ਉਹਨਾਂ 'ਚ ਜ਼ਰੂਰ ਰਹੂੰਗਾ ਜਿਹਦੇ ਕੋਲ 5-6 ਹਜ਼ਾਰ ਜਰਨੈਲਾਂ ਦੀ ਫੌਜ ਹੋਊਗੀ, ਕਿ ਭਾਈ ਜਿਹੜਾ ਗਲਤ ਕਰਦਾ ਹੈ ਉਹਨੂੰ ਇੱਕ ਵਾਰ ਫਿਰ ਹਲੋਰਾ ਦੇ ਕੇ ਪੁੱਛਣਾ ਕਿ ਭਾਈ ਇਹ ਗਲਤ ਹੈ, ਇਹ ਗਲਤ ਨਹੀਂ ਸੀ ਹੋਣ ਦੇਣਾ। ਦੀਪ ਸਿੱਧੂ ਦੀ ਤੁਸੀਂ ਨੇ ਗੱਲ ਕਰੀ, ਉਹਨਾਂ ਦੇ ਉੱਪਰ, ਦੀਪ ਸਿੱਧੂ ਦੇ ਉੱਪਰ, ਲੱਖੇ ਸਿਧਾਣੇ ਦੇ ਉੱਪਰ ਵੱਡੇ ਵੱਡੇ ਇਲਜ਼ਾਮ ਲੱਗੇ। RSS ਦੇ ਏਜੰਟ ਤੱਕ ਉਹਨਾਂ ਨੂੰ ਕਿਹਾ ਗਿਆ, ਸਰਕਾਰੀ ਏਜੰਟ ਕਿਹਾ ਗਿਆ, ਸਟੇਜਾਂ ਤੋਂ, ਵੱਡੀਆਂ ਸਟੇਜਾਂ ਤੋਂ ਗਿਆ। ਯੋਗਰਾਜ ਸਿੰਘ ਕੀ ਸੋਚਦੇ ਨੇ ਕਿ ਉਹਨਾਂ ਨੇ ਕੀ ਗਦਾਰੀ ਕੀਤੀ, ਜਾਂ ਜਥੇਬੰਦੀਆਂ ਨੇ ਫੈਸਲਾ ਲੈਣ ਦੇ ਵਿੱਚ ਇਹ ਜਿਹੜੀ ਜਲਦਬਾਜ਼ੀ ਕਰਤੀ? ਪਹਿਲੀ ਗੱਲ ਤਾਂ ਤੁਹਾਡੇ ਕੋਲ ਕੀ ਪ੍ਰੂਫ ਹੈ ਵੀ ਉਹ ਗੱਦਾਰ ਨੇ? ਦੱਸੋ, ਤੁਸੀਂ ਦੱਸਿਆ ਜੀ? ਅਸੀਂ ਤਾਂ ਦੇਖਿਆ, ਪੁਰਾਣੀਆਂ ਫੋਟੋਆਂ ਕੱਢ ਕੇ ਤੁਸੀਂ ਗੱਦਾਰ ਕਹਿ ਤਾ। ਲੱਖਾ ਸਿਧਾਣਾ ਫਲਾਨਾ ਸੀ, ਧਮਕਾ ਸੀ, ਹਰੇਕ ਦਾ ਪਾਸਟ ਹੁੰਦਾ ਹੈ। ਹਾਂਜੀ, ਜਿੰਨੇ ਸਾਡੇ ਨੇਤਾ ਨੇ, ਇਹਨਾਂ ਦੀ ਪਿਛਲੀ ਹਿਸਟਰੀ ਪੜ੍ਹੋ, ਸਾਰੇ ਗੁੰਡੇ ਨੇ, ਸਾਰੇ ਬਦਮਾਸ਼ ਨੇ, ਸਾਰਿਆਂ ਨੇ ਬੰਦੇ ਮਾਰੇ ਹੋਏ ਆ, ਸਾਰਿਆਂ ਦੇ ਕੇਸ ਚੱਲਦੇ ਆ, ਹੈ ਨਾ। ਉਹ ਆਪਣੇ ਹੋਮ ਮਿਨਿਸਟਰ 'ਤੇ ਵੀ ਚੱਲਦੇ ਆ, ਚੱਲਦੇ ਕਿ ਨਹੀਂ ਚੱਲਦੇ? ਜਦ ਤੱਕ ਤੁਹਾਡੇ ਕੋਲ ਕਿਸੇ ਦਾ ਪ੍ਰੂਫ ਨਹੀਂ, ਸੁਪਰੀਮ ਕੋਰਟ ਨੇ ਉਹਨਾਂ ਨੂੰ ਇਹ ਨਹੀਂ ਕਿਹਾ, ਸੁਪਰੀਮ ਕੋਰਟ ਨੇ ਜੋ ਆਹ ਲੀਡਰਾਂ ਬਾਰੇ ਕਿਹਾ, ਤੁਹਾਨੂੰ ਪਤਾ ਕਿ ਮੈਂ ਸੁਣਾਵਾਂ? ਪਤਾ ਤੈਨੂੰ ਹੈਗਾ? ਹੱਸਦਾ ਬਹੁਤ ਤੂੰ, ਮਿੰਨਾ ਹੈ, ਪਤਾ ਤੈਨੂੰ ਸਾਰਾ ਕੁਛ ਹੀ ਹੈ। ਤੁਸੀਂ ਜ਼ਿਆਦਾ ਨੌਲੇਜ ਰੱਖਦੇ ਹੋ ਤੁਸੀਂ ਸਾਡੇ ਨਾਲ, ਤੁਸੀਂ ਦੱਸੋ। ਗੱਲ ਇਹ ਹੈ ਵੀ ਪਹਿਲਾਂ ਤਾਂ ਦੇਖ ਲਈਦਾ ਵੀ ਭਾਈ ਇਹ ਇੰਨੇ ਜੋਗੇ ਹੈਗੇ ਆ। ਚਲੋ, ਮੈਂ ਕਹਿੰਦਾ ਬਾਅਦ ਦੀ ਗੱਲ ਹੈ, ਕੌਣ ਚੰਗਾ ਮਾੜਾ ਬਾਅਦ 'ਚ ਪਤਾ ਲੱਗ ਹੀ ਜਾਂਦਾ ਯਾਰ। ਇਹਨਾਂ ਲੋਕਾਂ ਨੇ ਅੰਦੋਲਨ ਤਾਂ ਚਲਾਇਆ ਨਾ, ਸ਼ੰਭੂ ਬਾਰਡਰ 'ਤੇ ਸਪੀਚਾਂ ਦਿੱਤੀਆਂ, ਗਏ, ਬਹੁਤ ਕੁਛ ਇਹਨਾਂ ਨੇ ਕਿਹਾ। ਆਪਾਂ ਵੀ ਇਹਨਾਂ ਨੂੰ ਮਾੜਾ ਕਹਿ ਦਈਏ, ਆਪਣਾ ਘੜ ਤੋੜ ਲਈਏ, ਕੀ ਫਾਇਦਾ? ਮੈਨੂੰ ਤਾਂ ਐਂ ਲੱਗਦਾ ਵੀ ਸ਼ਾਇਦ ਲੀਡਰਾਂ ਨੂੰ ਇਹ ਲੱਗਦਾ ਸੀ ਵੀ ਭਾਈ ਇਹ ਦੋਨੋਂ ਬਹੁਤ ਵੱਡੇ ਲੀਡਰ ਬਣਦੇ ਜਾਂਦੇ ਆ, ਕਿਤੇ ਸਾਡਾ ਪੱਤਿਆਂ ਨਾ ਕੱਟਿਆ ਜਾਵੇ। ਕਿਉਂਕਿ ਰਾਤ ਨੂੰ ਜਿਹੜਾ ਵੀ ਸੌਂਦਾ ਹੈ ਨਾ, ਉਹਨੂੰ ਇਹੀ ਸੁਪਨਾ ਆਉਂਦਾ ਵੀ ਟਾਂ ਗੱਡੀਆਂ ਜਾ ਰਹੀਆਂ, 4 ਪਿੱਛੇ 4 ਪਿੱਛੇ, ਮੈਂ ਵਿੱਚਾਂ ਤੇ ਵਿਧਾਨ ਸਭਾ 'ਚ ਖੜ੍ਹਾਂ, ਅਤੇ ਨੋਟ ਆ ਰਹੇ ਆ, ਸੋਨਾ ਆ ਰਿਹਾ, ਇੱਧਰੋਂ ਦੀ ਆਹ ਸਭ ਕੁਛ ਆ ਰਿਹਾ। ਉਹ ਸਵੇਰ ਨੂੰ ਮੰਜੇ ਤੋਂ ਡਿੱਗਦਾ ਫਿਰ ਦੇਖਦਾ, ਨਹੀਂ ਮੈਂ ਤਾਂ ਬਾਥਰੂਮ 'ਚ ਹੀ ਪਿਆ। ਹਰ ਬੰਦਾ ਸੁਪਨਾ ਰਹਿ ਰਿਹਾ ਇਸ ਵਕਤ ਪੰਜਾਬ 'ਚ, ਮੈਂ ਤਾਂ ਜੀ CM ਆਉਣ ਵਾਲਾ, ਜਿਹਨੂੰ ਮਰਜ਼ੀ ਪੁੱਛ ਲਓ, ਕਿਉਂਕਿ ਹਰੇਕ ਬੰਦਾ ਹੁਣ ਹੱਥ ਧੋਣਾ ਚਾਹੁੰਦਾ ਨਾ ਗੰਗਾ 'ਚ। ਲੇਕਿਨ ਮੈਂ ਇਹ ਗੱਲ ਕਹਿਣਾ ਕਿ ਜਦ ਤੱਕ ਤੁਹਾਡੇ ਕੋਲ ਕੋਈ ਪ੍ਰੂਫ ਨਾ ਹੋਵੇ, ਜਦ ਤੱਕ ਤੁਹਾਨੂੰ ਸੁਪਰੀਮ ਕੋਰਟ ਲਾਅ ਕਿਸੇ ਨੂੰ ਕੋਈ ਚੀਜ਼ ਡਿਕਲੇਅਰ ਨਾ ਕਰਦੇ, ਤਦ ਤੱਕ ਉਹਨੂੰ ਤੁਸੀਂ ਆਪਣੇ ਦਿਲੋਂ ਨਹੀਂ ਕੱਢਣਾ ਚਾਹੀਦਾ। ਜਿਹੜੇ ਸਾਡੇ ਵੱਡ ਵਡੇਰੇ ਨੇ, ਸਾਡੇ ਲੀਡਰ ਸਾਹਿਬਾਨ 4 ਦਹਾਕਿਆਂ ਤੋਂ ਕੰਮ ਕਰ ਰਹੇ ਨੇ, ਇਹਨਾਂ ਨੂੰ ਚਾਹੀਦਾ ਨਹੀਂ ਸੀ ਵੀ ਇਹ ਇਲਜ਼ਾਮ ਲਾ ਕੇ ਆਪਣੇ ਬੱਚਿਆਂ ਨੂੰ
ਇਹੋ ਜਿਹਾ ਟ੍ਰੀਟਮੈਂਟ ਕਰਦੇ, ਕਿਉਂਕਿ ਇਸ ਚੀਜ਼ ਨਾਲ ਬਹੁਤ ਫਰਕ ਲੋਕਾਂ 'ਚ ਪਿਆ। ਸਰ ਇੱਕ ਆਖਰੀ ਸਵਾਲ ਤੁਹਾਨੂੰ ਕਿ ਪੰਜਾਬ ਦੇ ਲੋਕਾਂ ਦੇ ਨਾਮ ਜਾਂ ਦੇਸ਼ ਦੇ ਲੋਕਾਂ ਦੇ ਨਾਮ ਯੋਗਰਾਜ ਸਿੰਘ ਨੇ ਕੋਈ ਕਿਸਾਨੀ ਸੰਘਰਸ਼ ਬਾਬਤ ਕੋਈ ਸੁਨੇਹਾ ਦੇਣਾ ਹੋਵੇ? ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਸਾਡਾ ਬੜਾ ਵਿਸ਼ਾਲ ਦੇਸ਼ ਹੈ ਹਿੰਦੁਸਤਾਨ, ਭਾਰਤ, ਔਰ ਇਹ ਕਿਸੇ ਟਾਈਮ ਸੋਨੇ ਦੀ ਚਿੜੀਆ ਕਹਾਇਆ ਜਾਂਦਾ ਸੀ। ਬਹੁਤ ਸਾਰੇ ਲੋਕਾਂ ਨੇ, ਮੁਗਲਾਂ ਨੇ, ਅੰਗਰੇਜ਼ਾਂ ਨੇ, ਹੋਰ ਵਰਗ ਦੇ ਲੋਕਾਂ ਨੇ ਇਸ ਦੇਸ਼ ਨੂੰ ਬਹੁਤ ਤਬਾਹ ਕੀਤਾ ਹੈ, ਧਰਮ ਦੇ ਨਾਂ 'ਤੇ ਲੜਾਇਆ ਹੈ। ਆਪਾਂ ਇਸ ਦੇਸ਼ ਦੇ ਵਿੱਚ ਹਰ ਧਰਮ, ਹਰ ਵਰਗ ਦੇ ਲੋਕ ਨਹੁੰ ਅਤੇ ਮਾਸ ਦੇ ਰਿਸ਼ਤੇ ਨਾਲ ਰਹੇ ਹਾਂ। ਆਪਾਂ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ, ਆਪਾਂ ਨੂੰ ਆਪਣੇ ਦੇਸ਼ ਬਾਰੇ ਸੋਚਣਾ ਚਾਹੀਦਾ। ਆਹ ਲੀਡਰਾਂ ਤੋਂ ਅਤੇ ਆਹ ਗੁੰਡਿਆਂ ਤੋਂ ਡਰਨਾ ਨਹੀਂ ਚਾਹੀਦਾ, ਏਕਤਾ ਹੋਣੀ ਚਾਹੀਦੀ ਹੈ। ਆਪਣੇ ਬੱਚੇ ਨੂੰ ਆਪਾਂ ਨੂੰ ਪੜ੍ਹਾਉਣਾ ਚਾਹੀਦਾ। ਮੈਂ ਸਿੱਖ ਕੌਮ ਨੂੰ ਵੀ ਇਹ ਜਿਹੜੀ ਹੈ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡੇ ਘਰੇ ਵੀ 4 ਬੱਚੇ 5 ਬੱਚੇ ਹੋਣੇ ਚਾਹੀਦੇ ਹੈ, ਜਾਂ ਤੁਸੀਂ 1 ਫੈਮਿਲੀ 1 ਚਾਈਲਡ ਆਪਾਂ ਹਿੰਦੁਸਤਾਨ ਦੇ ਵਿੱਚ ਬਿੱਲ ਪਾਸ ਕਰ ਲਈਏ ਜੇ ਆਪਾਂ ਨੂੰ ਦੇਸ਼ ਨੂੰ ਬਚਾਉਣਾ ਹੀ ਹੈ। ਸੋ ਜੇ ਤੁਸੀਂ ਆਪਣੀ ਕੌਮ ਵਧਾਉਣੀ ਹੈ, ਕਰਨੀ ਹੈ, ਤਾਂ ਉਹ ਫਿਰ ਬੱਚਿਆਂ ਦੀ ਜਨਸੰਖਿਆ ਨਾਲ ਵੱਧ ਸਕਦੀ ਹੈ। ਪਰ ਜੇ ਆਪਾਂ ਦੇਸ਼ 'ਤੇ ਬੋਝ ਪਾਉਣਾ ਹੈ ਤਾਂ ਉਹਦੇ ਲਈ ਆਪਾਂ ਨੂੰ ਇੱਕ ਇਹੋ ਜਿਹਾ ਬਿੱਲ ਵੀ ਪਾਸ ਕਰਨਾ ਚਾਹੀਦਾ ਵੀ ਇੱਕ ਪਰਿਵਾਰ ਦੇ ਵਿੱਚ 1 ਬੱਚਾ ਹੋਊਗਾ, ਤਾਂ ਕਿ ਆਉਣ ਵਾਲੇ 50 ਸਾਲ ਬਾਅਦ ਸਾਡਾ ਦੇਸ਼ ਬਹੁਤ ਖੁਸ਼ਹਾਲ ਹੋ ਜਾਏ। ਦੂਜੀ ਗੱਲ, ਇੱਕ ਦੂਜੇ ਨਾਲ ਧਰਮਾਂ ਪਿੱਛੇ ਨਹੀਂ ਲੜਨਾ। ਗੁਰੂ ਮਹਾਰਾਜ ਨੇ ਕਿਹਾ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਆਪਾਂ ਸਾਰੇ ਇੱਕੋ ਨੂਰ ਤੋਂ ਪੈਦਾ ਹੋਏ ਹਾਂ, ਸਾਰੇ ਭਰਾ। ਇਹ ਸਰਜ਼ਮੀਂ ਇੱਥੇ ਰਹਿਣੀ, ਪੈਸੇ ਵੀ ਇੱਥੇ ਰਹਿਣੇ, ਆਪਾਂ ਮੁੱਕ ਜਾਣਾ, ਖੁਦਾ ਨੇ ਅੱਧੇ ਰਹਿਣਾ। ਸੋ ਆਪਾਂ ਨੂੰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣੇ ਦੇਸ਼ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ, ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ। ਮੈਂ ਤਾਂ ਇੱਕ ਸਵਾਲ ਜ਼ਰੂਰ ਪੁੱਛੂੰਗਾ ਜਿਹੜੀ ਸੈਂਟਰ ਸਰਕਾਰ ਨੂੰ, ਵੀ ਦੱਸੋ ਪੰਜਾਬ ਨੇ ਕੀ ਤੁਹਾਡਾ ਮਾੜਾ ਕੀਤਾ? ਅਸੀਂ ਤੁਹਾਡਾ ਕੀ ਮਾੜਾ ਕਰਤਿਆ, ਕੀ ਖੋਹ ਲਿਆ ਕਿ ਤੁਸੀਂ ਸਾਡੇ ਨਾਲ ਇੰਨੀ ਈਰਖਾ ਕਰਦੇ ਹੋ? ਕਾਹਦੇ ਵਾਸਤੇ ਕਰਦੇ ਹੋ? ਵੱਡ ਵਡੇਰਿਆਂ ਨੇ ਆਪਣੇ ਖੂਨ ਦੇ ਕੇ, ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ, ਮਾਵਾਂ ਨੇ ਆਪਣੇ ਗਲ 'ਚ ਪਵਾਈਆਂ, ਗੁਰੂਆਂ ਪੀਰਾਂ ਨੇ ਆਪਣੀ ਸ਼ਹਾਦਤਾਂ ਦਿੱਤੀਆਂ ਇਸ ਦੇਸ਼ ਦੀ ਕੁਰਬਾਨੀ ਵਾਸਤੇ, ਦੇਸ਼ ਨੂੰ ਬਚਾਉਣ ਦੀ ਖਾਤਰ। ਮੈਂ ਚਾਹੂੰਗਾ ਆਪਾਂ ਇਕੱਠੇ ਹੋ ਕੇ ਇਸ ਦੇਸ਼ ਨੂੰ ਸੰਵਾਰੀਏ, ਤਾਂ ਕਿ ਆਉਣ ਵਾਲਾ ਜਿਹੜਾ ਟਾਈਮ ਹੈ ਲੋਕ ਕਹਿਣ ਭਾਰਤ ਦੇਸ਼ ਜਿਹੜਾ ਹੈ ਉਸ ਦੁਨੀਆ ਦਾ ਸਭ ਤੋਂ ਮਹਾਨ ਦੇਸ਼ ਹੈ। ਬਹੁਤ ਬਹੁਤ ਸ਼ੁਕਰੀਆ ਸਰ, ਪ੍ਰਾਈਡ ਪੰਜਾਬ ਟੀਵੀ ਨਾਲ ਗੱਲਬਾਤ ਕਰਨ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।